ਵਰਲਡ ਮੀਡੀਆ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਰਾਜ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਦਾ ਸਾਡਾ ਵਿਸ਼ਾ ਹੈ ਲੋਕ ਕਾਵਿ ਰੂਪ ਬੋਲੀ ਇੱਕ ਸੰਵਾਦ। ਸੱਭਿਆਚਾਰ ਦੇ ਦੋ ਪ੍ਰਮੁੱਖ ਰੂਪਾਂ ਨੂੰ ਦੋ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹੈ ਭਾਸ਼ਾਈ ਪ੍ਰਗਟਾਵ ਰੂਪ ਤੇ ਦੂਸਰਾ ਹੈ ਗੈਰ ਭਾਸ਼ਾਈ ਪ੍ਰਗਟਾਵ ਰੂਪ। ਗੈਰ ਭਾਸ਼ਾਈ ਪ੍ਰਗਟਾਵ ਰੂਪ ਵਿੱਚ ਜਿਹੜਾ ਹੈ ਕਿ ਉਹ ਆ ਜਾਂਦੇ ਰੀਤੀ ਰਿਵਾਜ, ਕਦਰਾਂ ਕੀਮਤਾਂ, ਲੋਕ ਨਾਚ, ਲੋਕ ਨਾਟ। ਵਿਦਵਾਨਾਂ ਨੇ ਵੀ ਜਿਹੜਾ ਭਾਸ਼ਾਈ ਪ੍ਰਗਟਾਵ ਰੂਪ ਹੈ ਉਸਨੂੰ ਅਹਿਮੀਅਤ ਦਿੱਤੀ ਹੈ। ਪੰਜਾਬੀ ਜਿਹੜਾ ਲੋਕ ਸਾਹਿਤ ਹੈ ਇਹਦੇ ਅਨੇਕਾਂ ਸਾਹਿਤ ਰੂਪ ਹਨ, ਜਿਨ੍ਹਾਂ ਵਿੱਚੋਂ ਘੋੜੀਆਂ, ਸੁਹਾਗ, ਛੰਦ, ਲੋਰੀਆਂ, ਅਲੂਣੀਆਂ, ਬਾਤਾਂ ਆਦਿ ਦੇ ਨਾਲ ਨਾਲ ਬੋਲੀ ਵੀ ਇੱਕ ਬੇਹੱਦ ਅਹਿਮ ਰੂਪ ਹੈ। ਇਹ ਜਿਹੜਾ ਬੋਲੀ ਦਾ ਇਤਿਹਾਸ ਹੈ, ਸਾਹਿਤ ਰੂਪ ਹੈ ਜਿਹੜਾ, ਇਹ ਵੀ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਦੇ ਜਿੰਨਾ ਹੀ ਪੁਰਾਣਾ ਹੈ। ਇਸ ਸਾਹਿਤ ਜਾਂ ਇਸ ਕਾਵਿ ਰੂਪ ਦੇ ਜਨਮ, ਵਿਕਾਸ, ਵਿਸ਼ੇਸ਼ਤਾਵਾਂ, ਇਸ ਦੀਆਂ ਵਿਭਿੰਨ ਵੰਨਗੀਆਂ ਨੂੰ ਜਾਣਨ ਲਈ ਅੱਜ ਸਾਡੇ ਨਾਲ ਹਨ ਡਾਕਟਰ ਹਰਨੇਕ ਸਿੰਘ ਹੇਅਰ ਜੀ, ਜੋ ਕਿ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਐਜ਼ ਆ ਪ੍ਰੋਫੈਸਰ ਵੀ ਜੌਬ ਕਰਦੇ ਹਨ। ਹਾਂਜੀ ਡਾਕਟਰ ਹਰਨੇਕ ਸਿੰਘ ਹੇਅਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਰਲਡ ਮੀਡੀਆ ਯੂਐਸਏ। ਹਾਂਜੀ ਸਵਰਾਜ ਜੀ, ਧੰਨਵਾਦ ਜੀ। ਵਰਲਡ ਮੀਡੀਆ ਯੂਐਸਏ ਦੇ तमाम ਸੰਚਾਲਕਾਂ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਰਨੇਕ ਸਿੰਘ ਜੀ, ਹੁਣ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਆਪਣੇ ਦਰਸ਼ਕਾਂ ਨਾਲ ਇਸੇ ਵਿਸ਼ੇ ਤੇ ਕਿ ਲੋਕ ਕਾਵਿ ਰੂਪ ਬੋਲੀ ਦਾ ਜਨਮ ਅਤੇ ਵਿਕਾਸ ਕਿਵੇਂ ਹੋਇਆ। ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਜਿਹੜਾ ਬੋਲੀ ਹੈ ਨਾ, ਸਾਡਾ ਦੇਸੀ ਔਰ ਹਰਮਨ ਪਿਆਰਾ ਲੋਕ ਕਾਵਿ ਰੂਪ ਹੈ। ਇਹਦਾ ਜਿਹੜਾ ਮੁੱਢ ਬੋਲ ਤੋਂ ਹੋਇਆ ਮੰਨਿਆ ਜਾਂਦਾ ਹੈ, ਜਿਹਦਾ ਮੀਨਿੰਗ ਜਾਂ ਅਰਥ ਇਹ ਲਿਆ ਜਾਂਦਾ ਹੈ ਕਿ ਵੱਜਵੇਂ ਵਾਕ ਦਾ ਜਿਹੜਾ ਉਚਾਰਨ ਹੈ। ਇਹਦਾ ਪੁਰਾਣਾ ਨਾਂ ਜਿਹੜਾ ਸੀ ਉਹ ਇੱਕ ਤੁਕਿਆ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਤੁਕੇ, ਦੋ ਤੁਕੇ, ਤਿੰਨ ਤੁਕੇ, ਚਾਰ ਤੁਕੇ ਸਰਲੇਖ ਹੇਠ ਕੁਝ ਸ਼ਬਦ ਮਿਲਦੇ ਆ। ਇੱਕ ਹੈ ਬੋਲੀ, ਜੇ ਤੇਰੇ ਘਰ ਧੀਵੇ ਨਿਰੰਜਨ, ਥੋੜਾ ਦਾਰੂ ਪੀਵੇ ਨਿਰੰਜਨ। ਜੇ ਤੇਰੇ ਘਰ ਧੀਵੇ ਨਿਰੰਜਨ, ਨੀਵਾ ਹੋ ਕੇ ਜੀਵੇ ਨਿਰੰਜਨ। ਜੇ ਤੇਰੇ ਘਰ ਪੁੱਤ ਵੇ ਨਿਰੰਜਨ, ਸ਼ੱਕਰਾਂ ਦੇ ਵੰਡ ਤੂੰ ਬੁੱਕ ਵੇ ਨਿਰੰਜਨ। ਜੇ ਤੇਰੇ ਘਰ ਪੁੱਤ ਵੇ ਨਿਰੰਜਨ, ਘਰ ਮੋਰਾਂ ਦੀ ਸੁੱਟ ਵੇ ਨਿਰੰਜਨ। ਜੇ ਤੇਰੇ ਘਰ ਪੁੱਤ ਵੇ ਨਿਰੰਜਨ, ਹੁਣ ਦਾਰੂ ਦੀ ਲੁੱਟ, ਹੁਣ ਦਾਰੂ ਦੀ ਰੁੱਤ ਵੇ ਨਿਰੰਜਨ। ਇਸੇ ਜਦੋਂ ਅਸੀਂ ਇਸ ਨੂੰ ਜਦੋਂ ਮਰਦ ਦੇ ਦ੍ਰਿਸ਼ਟੀਕੋਣ ਤੋਂ ਜਦੋਂ ਵੇਖਦੇ ਹਾਂ ਤੇ ਮੈਂ ਤੁਹਾਨੂੰ ਬੋਲੀ ਸੁਣਾਉਣਾ। ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਪਊ ਬਥੇਰਾ, ਨੀ ਇਕੱਠੇ ਹੋ ਕੇ ਆ ਗਏ ਚੋਬਰ, ਨੀ ਇਕੱਠੇ ਹੋ ਕੇ ਆ ਗਏ ਚੋਬਰ। ਭਰਿਆ ਪਿਆ ਬਨੇਰਾ, ਤੈਨੂੰ ਧੁੱਪ ਲੱਗਦੀ, ਲੈ ਲਾ ਚਾਦਰਾ ਮੇਰਾ, ਤੈਨੂੰ ਧੁੱਪ ਲੱਗਦੀ, ਲੈ ਲਾ ਚਾਦਰਾ ਮੇਰਾ, ਤੈਨੂੰ ਧੁੱਪ ਲੱਗਦੀ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਇੱਕ ਤੁਕੀਆਂ ਬੋਲੀਆਂ, ਦੋ ਤੁਕੀਆਂ ਬੋਲੀਆਂ, ਇਹਨਾਂ ਦੇ ਵਿੱਚ ਵੀ ਹਰ ਇੱਕ ਜਿਹੜੀ ਵੰਨਗੀ ਆ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਨਾ ਔਰਤ ਔਰ ਮਰਦ ਦਾ ਜਿਹੜਾ ਵਖਰੇਵਾਂ ਜਿਹੜਾ ਆ ਨਾ, ਇਹ ਬਰਾਬਰ ਜਿਹੜਾ ਉਜਾਗਰ ਹੁੰਦਾ ਹੈ ਜੀ। ਤੇ ਇਹਦੀਆਂ ਜਿਹੜੀਆਂ ਬੋਲੀ ਦੀਆਂ ਵਾ ਪ੍ਰਮੁੱਖ ਕਿਸਮਾਂ ਕਿਹੜੀਆਂ ਹਨ, ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦਿਓ, ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦਾ ਆਮ ਜਿਹੜੇ ਆ ਕਿ ਲੋਕ ਆ ਉਹਨਾਂ ਨੂੰ ਗਿਆਨ ਨਹੀਂ ਹੈਗਾ ਕਿ ਇਹ ਬੋਲੀ ਦੀਆਂ ਕਿਸਮਾਂ ਵੀ ਹੁੰਦੀਆਂ ਹਨ, ਉਸ ਬਾਰੇ। ਹਾਂਜੀ ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਜਿਹੜੀ ਬੋਲੀ ਹੈ ਨਾ, ਇਹ ਜਿਹੜਾ ਕਾਵਿ ਰੂਪ ਆ, ਇਹਦੀਆਂ ਜਿਹੜੀਆਂ ਪ੍ਰਮੁੱਖ ਰੂਪ ਵਿੱਚ ਤਿੰਨ ਵੰਨਗੀਆਂ ਮੰਨੀਆਂ ਜਾਂਦੀਆਂ, ਜਿਹੜੀਆਂ ਤੁਕਾਂ ਦੇ ਆਧਾਰ ਦੇ ਉੱਪਰ ਅਸੀਂ ਇਹਨਾਂ ਦਾ ਵਖਰੇਵਾਂ ਸਥਾਪਿਤ ਕਰਦੇ ਹਾਂ। ਜਿਹੜੀ ਪਹਿਲੀ ਜਿਹੜੀ ਆ ਵੰਨਗੀ ਆ ਉਹ ਟੱਪਾ, ਦੂਸਰੀ ਆ ਨਿੱਕੀ ਬੋਲੀ ਤੇ ਤੀਸਰੀ ਆ ਲੰਮੀ ਬੋਲੀ। ਜਿਹੜੀ ਟੱਪਾ ਆ ਉਹ ਇੱਕ ਤੁਕੀ ਬੋਲੀ ਹੈ, ਔਰ ਨਿੱਕੀ ਬੋਲੀ ਜਿਹੜੀ ਹੈ ਦੋ ਤੁਕੀ ਬੋਲੀ ਆ, ਔਰ ਲੰਮੀ ਬੋਲੀ ਜਿਹੜੀ ਆ ਉਹ ਬਹੁਤ ਤੁਕੀ ਬੋਲੀ ਹੈ ਜੀ। ਤੇ ਜਿਹੜੇ ਤੁਸੀਂ ਹੁਣ ਟੱਪੇ ਦੀ ਗੱਲ ਕੀਤੀ ਆ, ਤੇ ਇਹ ਟੱਪੇ ਤੋਂ ਕੀ ਭਾਵ ਹੈ? ਕਿ ਟੱਪੇ ਦੀ ਰੂਪਗਤ ਜਾਂ ਵਿਧਾਗਤ, ਇਹਦੇ ਬਾਰੇ ਵੀ ਸਾਨੂੰ, ਇਹਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।
ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਟੱਪਾ ਜਿਹੜੀ ਆ, ਜਿਵੇਂ ਕਿ ਮੈਂ ਪਹਿਲਾਂ ਹੀ ਜਿਹੜੀ ਗੱਲ ਕਲੀਅਰ ਸਪਸ਼ਟ ਕਰ ਚੁੱਕਾ ਆ ਕਿ ਟੱਪਾ ਇੱਕ ਤੁਕੀ ਬੋਲੀ ਨੂੰ ਕਹਿੰਦੇ ਆ ਔਰ ਇਹਨੂੰ ਇਕਹਿਰੀ ਬੋਲੀ ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਹ ਭਾਵਾਂ ਕਿ ਇੱਕ ਸਤਰ ਹੀ ਹੈ, ਪਰੰਤੂ ਆਪਣੇ ਆਪ ਵਿੱਚ ਸੰਪੂਰਨ, ਸੁਤੰਤਰ ਤੇ ਖੁਦ ਮੁਖਤਿਆਰ ਰਚਨਾ ਹੁੰਦੀ ਆ ਔਰ ਇਹਦੇ ਵਿੱਚ ਇੱਕ ਸਤਰ ਦੇ ਵਿੱਚ ਹੀ ਜੀਵਨ ਦੀ ਜਿਹੜੀ ਪੂਰੀ ਜਿਹੜੀ ਝਾਕੀ ਜਿਹੜੀ ਆ ਉਹ ਪ੍ਰਸਤੁਤ ਹੁੰਦੀ ਆ। ਇਹਦੇ ਵਿੱਚ ਜਿਹੜੀ ਹੈ ਨਾ, ਇੱਕ ਸਤਰ ਦੇ ਵਿੱਚ ਦੋ ਠਹਿਰਾਅ ਵੇਖਣ ਨੂੰ ਮਿਲਦੇ ਆ ਜੀ, ਔਰ ਦੋਵਾਂ ਠਹਿਰਾਵਾਂ ਦੇ ਵਿੱਚ ਜਿਹੜਾ ਆ ਨਾ, ਸਾਨੂੰ ਗੁਰੂ ਜਾਂ ਦੀਰਘ ਸਵਰ ਦੀ ਜਿਹੜੀ ਆ ਵਰਤੋਂ ਹੋਈ ਮਿਲਦੀ ਆ। ਮੈਂ ਜੇ ਸਧਾਰਨ ਸ਼ਬਦਾਂ ਦੇ ਵਿੱਚ ਕਹਿਣਾ ਚਾਹਾਂ ਤਾਂ ਮੈਂ ਇਦਾਂ ਕਹਿ ਸਕਦਾ ਕਿ ਇਹਨਾਂ ਠਹਿਰਾਵਾਂ ਦੇ ਵਿੱਚ ਨਾ ਤਾਂ ਮੁਕਤਾ ਅੱਖਰ ਆਉਂਦਾ ਹੈ, ਨਾ ਉਹਦੇ ਨਾਲ ਸਿਹਾਰੀ ਲੱਗਦੀ ਹੈ, ਤੇ ਨਾ ਹੀ ਔਂਕੜ ਲੱਗਦਾ ਹੈ। ਕੋਈ ਹੋਰ ਲਗਾ ਮਾਤਰਾ ਜਿਹੜੀ ਦੀਰਘ ਜਾਂ ਵੱਧ ਸਾਹ ਦੇ ਨਾਲ ਜਿਹੜੀ ਉਚਾਰੀ ਜਾਂਦੀ ਆ, ਭਾਵੇਂ ਕੰਨੇ ਵਾਲੀ ਹੋਵੇ, ਲਾਵਾਂ ਵਾਲੀ ਕੋੜਾ ਹੋਵੇ, ਬਿਹਾਰੀ ਹੋਵੇ, ਦੁਲਾਵਾਂ ਹੋਵੇ, ਦੁਲੈਂਕੜ ਹੋਵੇ, ਕੋਈ ਵੀ ਹੋਰ ਜਿਹੜੀ ਆ ਲਗਾ ਮਾਤਰਾ ਜਿਹੜੀ ਆ ਉਹ ਲੱਗੀ ਹੋਊਗੀ। ਮਤਲਬ ਘੱਟ ਸਾਹ ਵਾਲੀ ਜਿਹੜੀ ਆ ਨਾ, ਹਰਸ ਸਵਰ ਜਿਹੜਾ ਆ ਇਹਦੇ ਵਿੱਚ ਨਹੀਂ ਮਿਲਦਾ ਔਰ ਦੀਰਘ ਸਵਰ ਜਿਹੜੀ ਆ ਉਹਦੀ ਵਰਤੋਂ ਕੀਤੀ ਗਈ ਮਿਲਦੀ ਆ। ਜਿਵੇਂ ਗੋਰਾ ਰੰਗ ਟਿੱਬਿਆਂ ਦਾ ਰੇਤਾ ਵਾਈ ਉਡ ਜਾਵਣਾ, ਔਰ ਇਹ ਦੀਰਘ ਸਵਰ ਦੀ ਵਰਤੋਂ ਕਾਰਨ ਇਹ ਦੋਨਾਂ ਬੰਨੇ ਇਹ ਉਚਾਰ ਲਿਆ ਜਾਂਦਾ ਹੈ, ਵਾਈ ਉਡ ਜਾਵਣਾ, ਗੋਰਾ ਰੰਗ ਟਿੱਬਿਆਂ ਦੀ ਰੇਤਾ। ਗੋਰਾ ਰੰਗ ਦੇ ਸਲੀਪਰ ਕਾਲੇ, ਗੱਡੀ ਵਿੱਚੋਂ ਲੱਤ ਲਮਕੇ, ਜਾਂ ਇਹਨੂੰ ਇਸ ਤਰ੍ਹਾਂ ਵੀ ਉਚਾਰ ਲਿਆ ਜਾਂਦਾ ਹੈ, ਗੱਡੀ ਵਿੱਚੋਂ ਲੱਤ ਲਮਕੇ, ਗੋਰਾ ਰੰਗ ਤੇ ਸਲੀਪਰ ਕਾਲੇ। ਇਹ ਇਹਦੀ ਜਿਹੜੀ ਆ ਇੱਕ ਪਹਿਲੀ ਜਿਹੜੀ ਵਿਸ਼ੇਸ਼ਤਾ ਜਾਂ ਇਹਦਾ ਰੂਪਗਤ ਜਿਹੜਾ ਆ ਪਹਿਲੂ ਆ। ਇਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇਹ ਮੌਖਿਕ ਸਾਹਿਤ ਦਾ ਅੰਗ ਆ ਔਰ ਮੌਖਿਕ ਸਾਹਿਤ ਦਾ ਅੰਗ ਹੋਣ ਕਾਰਨ ਇਹਦਾ ਜਿਹੜਾ ਇੱਕ ਪਾਠ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਇੱਕੋ ਬੋਲੀ ਦੇ ਅਨੇਕਾਂ ਪਾਠ ਜਿਹੜੇ ਆ ਸਾਨੂੰ ਵੇਖਣ ਨੂੰ ਮਿਲਦੇ ਆ, ਜਿੱਦਾਂ ਤੈਨੂੰ ਧੁੱਪ ਲੱਗਦੀ ਸੜੇ ਕਾਲਜਾ ਮੇਰਾ, ਜਾਂ ਤੈਨੂੰ ਧੁੱਪ ਲੱਗਦੀ ਲੈਲਾ ਚਾਦਰਾ ਮੇਰਾ, ਜਾਂ ਤੈਨੂੰ ਧੁੱਪ ਲੱਗਦੀ ਮੈਂ ਬਦਲੀ ਬਣ ਜਾਵਾਂ। ਮਤਲਬ ਇੱਕੋ ਹੀ ਜਿਹੜਾ ਆ ਨਾ ਬੋਲੀ ਆ, ਉਹਦੇ ਵਿੱਚ ਅਨੇਕਾਂ ਹੀ ਜਿਹੜੇ ਆ ਇਸ ਤਰੀਕੇ ਦੇ ਨਾਲ ਵਾਧੇ ਘਾਟੇ ਵੇਖਣ ਨੂੰ ਮਿਲਦੇ ਆ। ਇਹ ਵੀ ਮੈਂ ਤੁਹਾਨੂੰ ਹੋਰ ਇੱਕ ਦੋ ਉਦਾਹਰਨਾਂ ਦੇ ਸਕਦਾ ਇਹਦੇ ਬਾਰੇ। ਤੇਰੇ ਆਈ ਮੈਂ ਮਰ ਜਾ, ਤੇਰਾ ਵਾਲ ਵਿੰਗਾ ਨਾ ਹੋਵੇ, ਜਾਂ ਤੇਰੇ ਆਈ ਮੈਂ ਮਰ ਜਾ, ਮੇਰੀ ਆਈ ਤੇ ਤੇਰੀ ਮਰੇ ਤੇਰੀ ਮਾਈ। ਕਈ ਵਾਰੀ ਜਿਹੜਾ ਆ ਨਾ ਭਰਾ ਔਰ ਪਤੀ ਜਾਂ ਪ੍ਰੇਮੀ ਦੇ ਵਿੱਚ ਵੀ ਜਿਹੜਾ ਆ ਇਹ ਰਿਸ਼ਤਾ ਜਿਹੜਾ ਇਹ ਬਦਲ ਜਾਂਦਾ ਹੈ। ਇੱਕ ਸ਼ਬਦ ਬਦਲਣ ਦੇ ਨਾਲ ਸਮੁੱਚੀ ਬੋਲੀ ਦਾ ਜਿਹੜਾ ਸੰਦਰਭ ਬਦਲ ਜਾਂਦਾ ਹੈ। ਜਿਸ ਤਰ੍ਹਾਂ ਚਰਖੇ ਤੇ ਲੁੜਕ ਪਈ ਜਦੋਂ ਯਾਦ ਸੱਜਣ ਦੀ ਆਈ, ਜਾਂ ਚਰਖੇ ਤੇ ਲੁੜਕ ਪਈ ਜਦੋਂ ਯਾਦ ਵੀਰਣ ਦੀ ਆਈ। ਸੋ ਇਹ ਜਿਹੜਾ ਆ ਨਾ, ਇਹਦਾ ਜਿਹੜੀ ਦੂਸਰੀ ਵਿਸ਼ੇਸ਼ਤਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦਾ ਜਿਹੜਾ ਇੱਕ ਪਾਠ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਟੱਪਾ ਜਿਹੜਾ ਇੱਕ ਜਜ਼ਬਾ ਭਰਪੂਰ ਜਿਹੜੀ ਆ ਰਚਨਾ ਹੋਏਗੀ ਔਰ ਜਿਹੜੀ ਆਮ ਵਾਕ ਨਾਲੋਂ ਇਹਦੇ ਵਿੱਚ ਇਹੀ ਅੰਤਰ ਹੈ ਕਿ ਜਿਹੜਾ ਆਮ ਵਾਕ ਜਿਹੜਾ ਜ਼ਰੂਰੀ ਨਹੀਂ ਆ ਕਿ ਉਹ ਜਜ਼ਬੇ ਦੇ ਵਿੱਚ ਜਿਹੜਾ ਗੁੰਨ ਕੇ ਪ੍ਰਸਤੁਤ ਕੀਤਾ ਗਿਆ ਹੋਵੇ। ਜਜ਼ਬੇ ਦੇ ਉਹਦੇ ਵਿੱਚ ਗਹਿਰਾਈ ਹੋ ਵੀ ਸਕਦੀ ਆ ਔਰ ਨਹੀਂ ਵੀ ਹੋ ਸਕਦੀ। ਸਾਡੀਆਂ ਦਿਲ ਦੀਆਂ ਜਿਹੜੀਆਂ ਭਾਵਨਾਵਾਂ, ਚਾਹੇ ਉਹ ਹਾਸੇ ਦੀ ਹੋਵੇ, ਚਾਹੇ ਉਹ ਪ੍ਰੇਮ ਦੀ ਹੋਵੇ, ਚਾਹੇ ਉਹ ਭਗਤੀ ਦੀ ਹੋਵੇ, ਸਾਡੇ ਮਨ ਦੇ ਵਿੱਚ ਇੱਕ ਸਮੇਂ ਇੱਕੋ ਹੀ ਜਿਹੜੀ ਭਾਵਨਾ ਜਿਹੜੀ ਆ ਉਹ ਭਾਰੂ ਹੁੰਦੀ ਆ, ਬਾਕੀ ਜਿਹੜੀਆਂ ਭਾਵਨਾਵਾਂ ਜਿਹੜੀਆਂ ਉਹ ਸੁੱਤੀਆਂ ਪਈਆਂ ਹੁੰਦੀਆਂ। ਔਰ ਇਸ ਟੱਪੇ ਦਾ ਕਿਉਂਕਿ ਆਕਾਰ ਛੋਟਾ ਹੁੰਦਾ ਹੈ, ਇਸ ਕਰਕੇ ਇਹਦੇ ਵਿੱਚ ਇੱਕ ਸਮੇਂ ਇੱਕੋ ਹੀ ਜਿਹੜੀ ਭਾਵਨਾ ਜਿਹੜੀ ਆ ਉਹ ਪ੍ਰਗਟ ਹੁੰਦੀ ਆ, ਭਾਵੇਂ ਉਹ ਪ੍ਰੇਮ ਦੀ ਹੋਵੇ, ਭਾਵੇਂ ਉਹ ਭਗਤੀ ਦੀ ਹੋਵੇ, ਤੇ ਭਾਵੇਂ ਉਹ ਹੋਰ ਕੋਈ ਭਾਵਨਾ ਹੋਵੇ। ਔਰ ਇਸ ਤੋਂ ਇਲਾਵਾ ਜਿਹੜੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਟੱਪਾ ਇੱਕ ਬਿੰਬਾਤਮਕ ਰਚਨਾ ਹੈ। ਬਿੰਬਾਤਮਕ ਦਾ ਮਤਲਬ ਹੈ ਵੀ ਇਹਦੇ ਵਿੱਚ ਜਿਹੜਾ ਵਿਚਾਰ ਕਿਸੇ ਬਿੰਬ ਜਾਂ ਦ੍ਰਿਸ਼ ਵਿੱਚ ਢਲ ਕੇ ਪ੍ਰਸਤੁਤ ਹੁੰਦੇ ਆ ਔਰ ਵਿਚਾਰ ਦਾ ਜਿਹੜਾ ਸਿੱਧਾ ਜਿਹੜੀ ਆ ਨਾ ਕਥਨ ਜਿਹੜਾ ਆ ਉਹਦੇ ਵਿੱਚ ਨਹੀਂ ਮਿਲਦਾ। ਬਿੰਬ ਤੋਂ ਭਾਵ ਕਿਸੇ ਦ੍ਰਿਸ਼ ਦਾ ਚਿੱਤਰ ਜਿਹੜਾ ਆ ਉਹ ਪ੍ਰਸਤੁਤ ਕੀਤਾ ਜਾਂਦਾ ਹੈ, ਇਹਨੂੰ ਸ਼ਬਦ ਚਿੱਤਰ ਜਿਹੜਾ ਇਹਨੂੰ ਕਿਹਾ ਜਾਂਦਾ ਹੈ। ਔਰ ਜਿਹੜਾ ਬਿੰਬ ਜਿਹੜਾ ਆ ਉਪਮਾਵਾਂ, ਰੂਪਕਾਂ, ਪ੍ਰਤੀਕਾਂ ਦੇ ਮੇਲ ਤੋਂ ਜਿਹੜਾ ਬਣਦਾ ਆ, ਤੇ ਬਿੰਬ
ਬਾਰੇ ਜੇ ਮੈਂ ਸਧਾਰਨ ਸ਼ਬਦਾਂ ਦੇ ਵਿੱਚ ਕਹਿਣਾ ਚਾਹਾਂ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਬਿੰਬ ਦੇ ਵਿੱਚ ਜਿਹੜੀ ਹੈ ਨਾ ਤੁਲਨਾ ਜਾਂ ਇਮੇਜਿਨੇਸ਼ਨ ਕੰਪੈਰੀਜ਼ਨ ਜਿਹੜਾ ਬਹੁਤ ਵੇਖਣ ਨੂੰ ਮਿਲਦਾ ਹੈ। ਜਿਸ ਤਰੀਕੇ ਦੇ ਨਾਲ ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ, ਜਾਂ ਰਨ ਨਹਾ ਕੇ ਛੱਪੜ ਚੋਂ ਨਿਕਲੀ ਸੁਲਫੇ ਦੀ ਲਾਟ ਵਰਗੀ, ਜਾਂ ਮੁੰਡਾ ਰੂਹੀ ਦੀ ਕਿੱਕਰ ਤੋਂ ਕਾਲਾ ਬਾਪੂ ਦੇ ਪਸੰਦ ਆ ਗਿਆ। ਸੋ ਇਹਦੇ ਵਿੱਚ ਇਹ ਤੁਲਨਾ ਦੇ ਰਾਹੀਂ ਜਿਹੜੀ ਆ ਉਹਦੀ ਜਿਹੜੀ ਆ ਤਸਵੀਰ ਜਿਹੜੀ ਆ ਉਹ ਉਜਾਗਰ ਹੁੰਦੀ ਆ। ਫਿਰ ਇੱਕ ਵਿਸ਼ੇਸ਼ਤਾ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਟੱਪਾ ਜਿਹੜਾ ਉਹ ਅਕਹਿਰੇ ਭਾਵ ਵਾਲੀ ਨਾ, ਜਿਵੇਂ ਕਿ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਆ, ਇਹਦੇ ਕਾਰਨ ਇਹਦੇ ਵਿੱਚ ਸੰਖੇਪਤਾ ਬਹੁਤ ਹੋਏਗੀ, ਇਹਦੇ ਵਿੱਚ ਗਾਗਰ 'ਚ ਸਾਗਰ ਭਰਿਆ ਹੋਏਗਾ, ਇਹਦੇ ਵਿੱਚ ਗੱਲ ਜਿਹੜੀ ਹੈ ਨਾ ਉਹ ਸੰਕੇਤਕ ਭਾਸ਼ਾ ਵਿੱਚ ਹੋਏਗੀ, ਗੱਲ ਨੂੰ ਜਿਹੜਾ ਵਿਸਤਾਰ ਕਰਨ ਦੀ ਜਿਹੜੀ ਆ ਜਗ੍ਹਾ ਨਹੀਂ ਹੋਏਗੀ। ਇਹ ਇਹਦੀ ਖਾਸ ਵਿਸ਼ੇਸ਼ਤਾ ਆ। ਜਿੱਦਾਂ ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ ਚਾਅ ਮੁਕਲਾਵੇ ਦਾ, ਬੜੀ ਸੰਖੇਪਤਾ ਦੇ ਨਾਲ ਜਿਹੜੀ ਆ ਗੱਲ ਨੂੰ ਜਿਹੜੀ ਆ ਉਹ ਉਜਾਗਰ ਕਰ ਦਿੱਤਾ ਗਿਆ ਆ। ਫਿਰ ਇਸ ਟੱਪੇ ਦੀ ਜਿਹੜੀ ਹੋਰ ਵਿਸ਼ੇਸ਼ਤਾ ਇਹ ਆ ਕਿ ਟੱਪਾ ਜਿਹੜਾ ਆ ਉਹ ਨਾਚ ਯੁਕਤ ਵੀ ਮਿਲਦਾ ਹੈ ਤੇ ਨਾਚ ਮੁਕਤ ਵੀ ਮਿਲਦਾ ਹੈ। ਨਾਚ ਯੁਕਤ ਦਾ ਭਾਵ ਇਹ ਆ ਵੀ ਟੱਪਾ ਨਾਚ ਦੇ ਨਾਲ ਨਾਲ ਵੀ ਗਾਇਆ ਜਾਂਦਾ ਹੈ ਔਰ ਨਾਚ ਤੋਂ ਬਿਨਾਂ ਵੀ ਜਿਹੜੀ ਇਹਦੀ ਜਿਹੜੀ ਆ ਜਿਹੜੀ ਪੇਸ਼ਕਾਰੀ ਕੀਤੀ ਜਾਂਦੀ ਹੈ। ਇਹਦੇ ਵਿੱਚ ਥੋੜਾ ਜਿਹਾ ਬੁਨਿਆਦੀ ਮੈਨੂੰ ਫਰਕ ਇਹ ਲੱਗਦਾ ਆ ਕਿ ਜਦੋਂ ਇਹ ਨਾਚ ਯੁਕਤ ਰਚਨਾ ਹੁੰਦੀ ਹੈ ਇਹਦੇ ਵਿੱਚ ਦੁਹਰਾਓ ਬਹੁਤ ਹੁੰਦਾ ਆ, ਇਹਦੇ ਵਿੱਚ ਇਹ ਸਮੂਹ ਗਾਨ ਵਰਗੀ ਜਿਹੜੀ ਆ ਗੱਲਬਾਤ ਜਿਹੜੀ ਆ ਉਜਾਗਰ ਹੁੰਦੀ ਆ। ਤੇ ਜਦੋਂ ਨਾਚ ਮੁਕਤ ਰਚਨਾ ਹੁੰਦੀ ਆ ਇਹਦੇ ਵਿੱਚ ਹੇਕਾਂ ਦੀ ਜਿਹੜੀ ਪ੍ਰਵਿਰਤੀ ਵੱਧ ਜਾਂਦੀ ਹੈ, ਇਹਨੂੰ ਲਮਕਾ ਕੇ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ। ਇਹ ਜਿਹੜਾ ਇਹਦੇ ਵਿੱਚ ਜਿਹੜਾ ਬੇਸਿਕ ਅੰਤਰ ਜਿਹੜਾ ਵੇਖਣ ਨੂੰ ਮਿਲਦਾ ਆ। ਇਹਦੇ ਵਿੱਚ ਹੋਰ ਗੱਲ ਇਹ ਦੇਖੀ ਜਾ ਸਕਦੀ ਆ ਕਿ ਇਹਦੇ ਵਿੱਚ ਵਿਅੰਗ ਜਿਹੜਾ ਆ ਉਹ ਕਈ ਵਾਰੀ ਬੜੀ ਖੂਬਸੂਰਤੀ ਨਾਲ ਜਿਹੜਾ ਪ੍ਰਸਤੁਤ ਹੁੰਦਾ ਆ, ਜਿਹਦੇ ਵਿੱਚ ਇਹ ਜਿਹੜਾ ਇਹ ਕਈ ਵਾਰੀ ਬੜਾ ਗਹਿਰਾ ਹੁੰਦਾ ਔਰ ਕਈ ਵਾਰੀ ਜਿਹੜਾ ਇਹ ਸਾਦਾ ਵੀ ਹੁੰਦਾ ਆ। ਜਿਸ ਤਰ੍ਹਾਂ ਭੈਣ ਤੁਰ ਗਈ ਸੰਦੂਖੋਂ ਖਾਲੀ ਵੀਰਾ ਵੇ ਮੁਰੱਬੇ ਵਾਲਿਆ, ਜਾਂ ਅੱਗ ਲਾ ਕੇ ਫੂਕਦਿਆਂ ਗਹਿਣੇ ਬਾਪੂ ਮੁੰਡਾ ਤੇਰੇ ਹਾਣ ਦਾ। ਸੋ ਇਹ ਸਾਡੇ ਸਮਾਜਿਕ ਕਾਨੂੰਨ ਨੂੰ ਜਿਹੜਾ ਆ ਇਹ ਉਜਾਗਰ ਕਰਦਾ ਆ। ਇਹ ਜਿਹੜਾ ਕਾਵਿ ਰੂਪ ਜਿਹੜੇ ਟੱਪੇ ਦੀ ਇੱਕ ਹੋਰ ਜਿਹੜੀ ਵਿਸ਼ੇਸ਼ਤਾ ਇਹ ਵੀ ਮੰਨੀ ਜਾ ਸਕਦੀ ਹੈ ਕਿ ਇਹਦੇ ਵਿੱਚ ਟੱਪੇ ਜਿਹੜੇ ਆ ਪ੍ਰਤੱਖ ਸੰਬੋਧਨੀ ਵੀ ਮਿਲਦੇ ਆ ਔਰ ਅਪ੍ਰਤੱਖ ਸੰਬੋਧਨੀ ਵੀ ਮਿਲਦੇ ਆ। ਮਤਲਬ ਸੰਬੋਧਨ ਜਿਹੜਾ ਆ ਇਹ ਪ੍ਰਤੱਖ ਵੀ ਮਿਲਦਾ ਔਰ ਅਪ੍ਰਤੱਖ ਵੀ ਮਿਲਦਾ। ਕਈ ਵਾਰੀ ਇਹ ਪ੍ਰਤੱਖ ਤੋਂ ਅਪ੍ਰਤੱਖ ਔਰ ਅਪ੍ਰਤੱਖ ਤੋਂ ਪ੍ਰਤੱਖ ਵਿੱਚ ਬਦਲਣ ਲੱਗਿਆਂ ਦੇਰ ਨਹੀਂ ਲੱਗਦੀ। ਜਿਸ ਤਰ੍ਹਾਂ ਦੇਵੇ ਰੂਪ ਦੁਹਾਈਆਂ ਗਿੱਧਿਆਂ 'ਚ ਨੱਚਦੀ ਦਾ, ਜਾਂ ਤੇਰਾ ਦੇਵੇ ਰੂਪ ਦੁਹਾਈਆਂ ਗਿੱਧਿਆਂ 'ਚ ਨੱਚਦੀ ਦਾ। ਸੋ ਇਹ ਜਿਹੜਾ ਇੱਕ ਹੋਰ ਵਿਸ਼ੇਸ਼ਤਾ ਇਹ ਵੀ ਕਹੀ ਜਾ ਸਕਦੀ ਆ। ਕਈ ਟੱਪੇ ਜਿਹੜੇ ਆ ਉਹਨਾਂ ਦੇ ਵਿੱਚ ਜਿਹੜਾ ਨਾ ਜੀਵਨ ਦਾ ਜਿਹੜਾ ਨਿਚੋੜ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਔਰ ਜੀਵਨ ਦੇ ਨਿਚੋੜ ਦੇ ਹੋਣ ਕਾਰਨ ਇਹ ਅਖਾਣਪਣ ਦੀ ਇਹਦੇ ਵਿੱਚ ਜਿਹੜੀ ਪ੍ਰਵਿਰਤੀ ਜਿਹੜੀ ਆ ਉਹ ਬਹੁਤ ਜਿਹੜੀ ਆ ਜ਼ਿਆਦਾ ਹੁੰਦੀ ਆ। ਔਰ ਕਈ ਅਖਾਣ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਕਾਵਿ ਰੂਪ ਹੈ ਅਖਾਣਾਂ ਦੇ ਨਾਲ ਨਾਲ ਚੱਲਦਾ ਹੈ। ਫਿਰ ਇੱਕ ਹੋਰ ਇਹਦੇ ਵਿੱਚ ਜਿਹੜੀ ਆ ਇਹ ਟੱਪੇ ਜਿਹੜੇ ਆ ਨਾ ਇਹਨਾਂ ਵਿੱਚ ਮਤਲਬ ਕਾਲਪਨਿਕ ਉਡਾਰੀ ਬੜੀ ਕਮਾਲ ਦੀ ਹੁੰਦੀ ਹੈ। ਜਿਹੜੇ ਕਵੀ ਜਿਹੜੇ ਆ ਨਾ ਭਾਵੇਂ ਉਹ ਸਧਾਰਨ ਔਰ ਸਾਦਾ ਮਨੁੱਖ ਹੀ ਰਹੇ ਆ, ਆਮ ਲੋਕ ਹੀ ਇਹਦੇ ਜਿਹੜੇ ਸਿਰਜਕ ਰਹੇ ਆ, ਪਰ ਇਹਨਾਂ ਦੇ ਵਿੱਚ ਜਿਹੜੀ ਆ ਨਾ ਇਹ ਨਹੀਂ ਕਹਿ ਸਕਦੇ ਇਹਦੇ ਵਿੱਚ ਕੋਈ ਸਾਹਿਤਕ ਗੁਣ ਹੈ ਨਹੀਂਗਾ। ਇਹ ਜਿਹੜੇ ਟੱਪੇ ਜਿਹੜੇ ਆ ਇਹ ਅਲੰਕਾਰਾਂ, ਉਪਮਾਵਾਂ, ਰੂਪਕਾਂ, ਪ੍ਰਤੀਕਾਂ, ਚਿੰਨ੍ਹਾਂ ਨਾਲ ਬੜੀ ਜਿਹੜੀ ਆ ਇਹ ਭਰਪੂਰਤਾ ਨਾਲ ਜਿਹੜੇ ਇਹ ਪੇਸ਼ ਹੁੰਦੇ ਆ। ਇਹ ਦੇਖਣ ਨੂੰ ਸਾਦੇ ਲੱਗਦੇ ਆ ਪਰ ਇਹਨਾਂ ਦੇ ਵਿੱਚ ਜਿਹੜੀ ਆ ਗਹਿਰਾਈ ਬਹੁਤ ਜ਼ਿਆਦਾ ਆ। ਬਹੁਤ ਹੀ ਜਿਹੜਾ ਇਸ ਨੂੰ ਜਿਹੜਾ ਆ ਨਾ ਧਿਆਨ ਨਾਲ ਜਿਹੜਾ ਵਿਚਾਰਨ ਦੀ ਲੋੜ ਆ। ਤੇ ਟੱਪੇ ਜਿਹੜੇ ਆ ਇਹਨਾਂ ਵਿੱਚ ਕਈ ਵਾਰੀ ਮਤਲਬ ਹੋਰ ਵੀ ਇੱਕ ਵਿਸ਼ੇਸ਼ਤਾ ਮੈਨੂੰ ਐ ਲੱਗਦੀ ਆ ਕਿ ਟੱਪੇ ਕਈ ਵਾਰੀ ਜੋਟਿਆਂ ਦੇ ਰੂਪ ਵਿੱਚ ਵੀ ਪ੍ਰਸਤੁਤ ਹੁੰਦੇ ਆ। ਜਿਸ ਤਰ੍ਹਾਂ ਸਾਥੋਂ ਚੱਕੀ ਨਹੀਂ ਉਹ ਪੀਸਣੀ, ਸਾਥੋਂ ਚੱਕੀ ਨਹੀਂ ਉਹ ਪੀਸਣੀ, ਆਪੇ ਪੀਣਗੀਆਂ ਸਹੁਰੇ ਦੀਆਂ ਜਾਈਆਂ। ਫਿਰ ਉਹਦਾ ਜਿਹੜਾ ਸੰਵਾਦ ਆ, ਆਪੇ ਚੱਕੀ ਪਿਸ ਜਾਊਗੀ ਜਦੋਂ ਡਾਂਗ ਮੋਰਾਂ ਵਿੱਚ ਖੜ ਗਈ। ਸੋ ਇਸ ਤਰੀਕੇ ਦੇ ਨਾਲ ਇੱਕ ਸੰਵਾਦ ਵੀ ਜਿਹੜਾ ਟੱਪਿਆਂ ਦੇ ਵਿੱਚ ਜਿਹੜਾ ਸਾਨੂੰ ਵੇਖਣ ਨੂੰ ਮਿਲਦਾ ਹੈ। ਬੜੀਆਂ ਇਹਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਔਰ ਜਿਸ ਤਰ੍ਹਾਂ ਕਬਰਾਂ ਉਡੀਕਦੀਆਂ
ਜਿਉਂ ਪੁੱਤਰਾਂ ਨੂੰ ਮਾਵਾਂ, ਇਹਦੇ ਵਿੱਚ ਦੇਖੋ ਤੁਲਨਾ ਕਿੰਨੀ ਖੂਬਸੂਰਤ ਜਿਹੜੀ ਹੋਈ ਆ। ਆ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ, ਕਿਸੇ ਦੇ ਕੋਲੇ ਗੱਲ ਨਾ ਕਰੀ। ਇਹਦੇ ਵਿੱਚ ਜਿਹੜਾ ਵਾ ਸ਼ਬਦ ਅਲੰਕਾਰ ਜਿਹੜਾ ਆ ਬੜੀ ਖੂਬਸੂਰਤੀ ਨਾਲ ਪ੍ਰਸਤੁਤ ਹੋਇਆ ਆ। ਵਿੱਚ ਦਰਵਾਜ਼ੇ ਦੇ ਇੱਕ ਫੁੱਲ ਕੱਢਦਾ ਫੁਲਕਾਰੀ, ਇਹ ਰੂਪਕ ਅਲੰਕਾਰ ਜਿਹੜਾ ਇਹਦੇ ਵਿੱਚ ਜਿਹੜੇ ਆ ਬਹੁਤ ਕਮਾਲ ਦਾ ਪ੍ਰਸਤੁਤ ਹੋਇਆ। ਸੋ ਇਸ ਤਰੀਕੇ ਨਾਲ ਅਸੀਂ ਇਹਦੀਆਂ ਰੂਪਗਤ, ਵਿਧਾਗਤ ਔਰ ਸਾਹਿਤਕ ਵਿਸ਼ੇਸ਼ਤਾਵਾਂ ਦੇ ਬਾਰੇ ਜਿਹੜੀ ਅਸੀਂ ਗੱਲਬਾਤ ਸਮਝ ਸਕਦੇ ਹਾਂ ਜੀ। ਇਹਨਾਂ ਦੀਆਂ ਜਿਹੜੇ ਟੱਪੇ ਤੁਸੀਂ ਕਹੇ ਆ, ਇਹਨਾਂ ਦੀਆਂ ਇਹ ਸੀ ਜਾਣਨਾ ਚਾਹਾਂਗੇ ਕਿ ਇਹਨਾਂ ਦੀਆਂ ਕਿਸਮਾਂ ਕਿੰਨੀਆਂ ਹਨ ਤੇ ਇਹਨਾਂ ਦੇ ਜਿਹੜੇ ਕੁਝ ਆਧਾਰ ਆ ਉਹ ਵੀ ਨਿਸ਼ਚਿਤ ਕੀਤੇ ਜਾ ਸਕਦੇ ਨੇ। ਸਵਰਾਜ ਜੀ, ਗੱਲ ਇਸ ਤਰ੍ਹਾਂ ਹੈ ਕਿ ਟੱਪਾ ਜਿਹੜਾ ਹੈ ਨਾ, ਇਹਦੀਆਂ ਅਨੇਕ ਕਿਸਮਾਂ ਆ ਤੇ ਹਰ ਵਿਦਵਾਨ ਇਹਨੂੰ ਆਪਣੇ ਵੱਖਰੇ ਆਧਾਰ ਤੋਂ ਜਿਹੜਾ ਇਹਨੂੰ ਵੇਖ ਸਕਦਾ ਹੈ, ਸਮਝ ਸਕਦਾ ਹੈ। ਤੇ ਅਸੀਂ 3 ਜਾਂ 4 ਆ ਉਹ ਆਧਾਰ ਜਿਹੜੇ ਇਹਦੇ ਸਥਾਪਿਤ ਕਰ ਸਕਦੇ ਹਾਂ, ਜਿਹੜੀ ਮੇਰੀ ਨਜ਼ਰ ਦੇ ਵਿੱਚ ਆ, ਕਿਉਂਕਿ ਇਹ ਹਰ ਵਿਦਵਾਨ ਨੇ ਇਹਨੂੰ ਆਪਣੇ ਹਿਸਾਬ ਨਾਲ ਹੀ ਲੈਣਾ ਹੁੰਦਾ ਹੈ। ਮੈਨੂੰ ਜਿਹੜਾ ਪਹਿਲਾ ਆਧਾਰ ਜਿਹੜਾ ਜਿਸ ਤਰ੍ਹਾਂ ਲੱਗਦਾ ਹੈ ਇਹਦਾ ਔਰ ਅਸੀਂ ਵਿਸ਼ੇ ਦੇ ਪੱਖ ਤੋਂ ਵੀ ਇਹਦਾ ਜਿਹੜਾ ਵਰਗੀਕਰਨ ਕਰ ਸਕਦੇ ਹਾਂ, ਰਸ ਦੇ ਪੱਖੋਂ ਵੀ ਕਰ ਸਕਦੇ ਹਾਂ ਔਰ ਗਾਇਨ ਸ਼ੈਲੀ ਦੇ ਪੱਖੋਂ ਵੀ ਇਹਦਾ ਜਿਹੜਾ ਵਰਗੀਕਰਨ ਕੀਤਾ ਜਾ ਸਕਦਾ ਆ ਜੀ। ਟੱਪਿਆਂ ਨੂੰ ਰਸ ਪੱਖੋਂ ਕਿਵੇਂ ਵਰਗੀਕ੍ਰਿਤ ਕਰੋਗੇ ਤੁਸੀਂ? ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਰਸ ਦੇ ਪੱਖੋਂ ਜਿਹੜਾ ਨਾ ਜਿਹੜੇ ਟੱਪੇ ਆ ਉਹਨਾਂ ਦੇ ਜਿਹੜੀਆਂ ਨਾ ਕਈ ਜਿਹੜੀਆਂ ਇਹਦੀਆਂ ਕਿਸਮਾਂ ਆ, ਕਿਉਂਕਿ ਜਿਹੜਾ ਸਾਡੇ ਕੋਲ ਪਹਿਲੀ ਵੰਨਗੀ ਜਿਹੜੀ ਆ ਸ਼ਿੰਗਾਰ ਰਸੀ ਟੱਪਿਆਂ ਦੀ ਆ। ਸ਼ਿੰਗਾਰ ਰਸੀ ਟੱਪੇ ਉਹ ਟੱਪੇ ਹੁੰਦੇ ਆ ਜਿਨ੍ਹਾਂ ਦਾ ਆਧਾਰ ਪ੍ਰੇਮ ਹੁੰਦਾ ਆ ਔਰ ਇਹ ਟੱਪੇ 2 ਤਰ੍ਹਾਂ ਦੇ ਹੁੰਦੇ ਆ। ਇੱਕ ਦੇ ਵਿੱਚ ਜਿਹੜਾ ਆ ਉਹ ਵਸਲ ਦੀ ਗੱਲ ਜਾਂ ਮਿਲਾਪ ਦੀ ਗੱਲ ਕੀਤੀ ਗਈ ਹੁੰਦੀ ਆ, ਦੂਸਰਾ ਇਹਨਾਂ ਦੇ ਵਿੱਚ ਵਿਛੋੜੇ ਜਾਂ ਬਿਰਹਾ ਦੀ ਗੱਲ ਕੀਤੀ ਗਈ ਹੁੰਦੀ ਆ। ਸਾਡੇ ਕੋਲ ਬੜੇ ਸਾਰੇ ਟੱਪੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਜਿਹੜਾ ਉਹ ਰਿਸ਼ਤਿਆਂ ਦਾ ਜਿਹੜਾ ਨਿੱਘ ਆ ਜਾਂ ਮਿਲਾਪ ਦੀ ਜਿਹੜੀ ਆ ਚਰਚਾ ਹੁੰਦੀ ਆ। ਜਿੱਦਾਂ ਹੁਣ ਇੱਕ ਟੱਪਾ ਆ, ਬੋਤਾ ਚਾਰ ਦੇ ਭੈਣਾਂ ਨੂੰ ਮਿਲ ਆਉਂਦੇ ਸਰਬਣ ਵੀਰ ਕੁੜੀਓ, ਜਾਂ ਮਾਵਾਂ ਨੂੰ ਪੁੱਤ ਇਉਂ ਮਿਲਦੇ ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ, ਜਗ ਜੀਵਨ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ। ਸੋ ਇਹਦੇ ਵਿੱਚ ਅਸੀਂ ਇਹ ਮਿਲਾਪ ਜਾਂ ਰਿਸ਼ਤਿਆਂ ਦੇ ਨਿੱਘ ਦੀ ਗੱਲ ਜਿਹੜੀ ਆ ਉਹ ਵੇਖ ਸਕਦੇ ਹਾਂ। ਦੂਸਰਾ ਜਿਹੜਾ ਪੱਖ ਆ ਉਹ ਸ਼ਿੰਗਾਰ ਰਸ ਦੇ ਜਿਹੜੇ ਟੱਪੇ ਆ ਉਹਨਾਂ ਦੇ ਵਿੱਚ ਜਿਹੜਾ ਬਿਰਹਾ ਜਾਂ ਵਿਛੋੜੇ ਦੀ ਜਿਹੜੀ ਆ ਭਾਵਨਾ ਜਿਹੜੀ ਆ ਉਹ ਪ੍ਰਗਟ ਹੁੰਦੀ ਆ। ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ, ਵਗਦੀ ਸੀ ਰਾਵੀ ਵਿੱਚ ਘੁੱਗੀਆਂ ਦਾ ਜੋੜਾ, ਇੱਕ ਘੁੱਗੀ ਉੱਡੀ ਲੰਮਾ ਪੈ ਗਿਆ ਵਿਛੋੜਾ, ਜਾਂ ਬਾਲਣ ਹੱਡੀਆਂ ਦਾ ਰੋਟੀ ਇਸ਼ਕੇ ਦੀ ਤਾਈ ਹੋਈ। ਇਹਨਾਂ ਦੇ ਸ਼ਿੰਗਾਰ ਰਸ ਜਿਹੜੇ ਟੱਪੇ ਆ ਸ਼ਿੰਗਾਰ ਰਸੀ, ਇਹਨਾਂ ਦੇ ਵਿੱਚ ਇੱਕ ਹੋਰ ਵੀ ਇੱਕ ਸ਼ਾਮਲ ਕਈ ਵਿਦਵਾਨ ਕਰ ਲੈਂਦੇ, ਜਿਹਦੇ ਵਿੱਚ ਜਿਹੜੇ ਆ ਨਾਇਕਾ ਜਾਂ ਨਾਇਕ ਦੀ ਜਿਹੜੀ ਖੂਬਸੂਰਤੀ ਦਾ ਵਰਣਨ ਕੀਤਾ ਗਿਆ ਹੁੰਦਾ ਆ। ਜਿਵੇਂ ਵਿੱਚ ਦਰਵਾਜ਼ੇ ਦੇ ਫੁੱਲ ਕੱਢਦਾ ਫੁਲਕਾਰੀ ਆ, ਗੋਰਾ ਰੰਗ ਤੇ ਸਲੀਪਰ ਕਾਲੇ ਗੱਡੀ ਵਿੱਚੋਂ ਲੱਤ ਲੰਮਕੇ। ਸੋ ਇਹ ਜਿਹੜੇ ਆ ਸ਼ਿੰਗਾਰ ਰਸੀ ਟੱਪੇ ਜਿਹੜੇ ਆ, ਇਹ ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਸਾਨੂੰ ਇਹਨਾਂ ਦੀ ਹੀ ਜਿਹੜੀ ਆ ਵਰਤੋਂ ਹੋਈ ਮਿਲਦੀ ਆ, ਸ਼ਿੰਗਾਰ ਰਸ ਦੀ। ਔਰ ਇਹ ਸਮੁੱਚੇ ਸਾਹਿਤ ਵਿੱਚ ਪ੍ਰੇਮ ਜੇ ਆਪਾਂ ਨਾ ਪੱਖ ਕੱਢ ਦਈਏ ਤਾਂ ਜੇ ਆਪਾਂ ਪ੍ਰੇਮ ਦਾ ਪੱਖ ਕੱਢ ਦਈਏ ਜਾਂ ਸ਼ਿੰਗਾਰ ਰਸ ਦਾ ਸਾਹਿਤ ਨੂੰ ਅਸੀਂ ਖਾਰਜ ਕਰ ਦਈਏ ਤਾਂ ਸਾਡਾ ਜਿਹੜਾ ਸਾਹਿਤ ਹੈ ਬਿਲਕੁਲ ਹੀ ਟੁੰਡ ਮਰੁੰਡ ਹੋ ਕੇ ਰਹਿ ਜਾਂਦਾ ਜੀ। ਤੇ ਦੂਸਰਾ ਇਸ ਜਿਹੜਾ ਮੈਨੂੰ ਲੱਗਦਾ ਹੈ ਜਿਹੜਾ ਆਪਾਂ ਰਸ ਪੱਖੋਂ ਜਿਹੜੇ ਟੱਪਿਆਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜਾ ਹਾਸ ਰਸੀ ਟੱਪੇ ਵੀ ਇਹਨਾਂ ਨੂੰ ਲੈ ਸਕਦੇ ਹਾਂ। ਸਾਡੇ ਕੋਲ ਬਹੁਤ ਸਾਰੇ ਟੱਪੇ ਇਹੋ ਜਿਹੇ ਜਿਨ੍ਹਾਂ ਨੂੰ ਜਿਹੜਾ ਸਮਾਜਿਕ ਵਿਸੰਗਤੀਆਂ ਨੂੰ ਜਾਂ ਸਮਾਜਿਕ ਜਿਹੜੀਆਂ ਔਰਾਂ ਨੂੰ ਜਿਹੜਾ ਆ ਨਾ ਹਾਸੇ ਦੇ ਜਿਹੜੇ ਜ਼ਰੀਏ ਪੇਸ਼ ਕੀਤਾ ਗਿਆ ਮਿਲਦਾ ਆ ਜੀ। ਜਿਵੇਂ ਇੱਥੇ ਪਿਆਰ ਦੀ ਪੁੱਛ ਕੋਈ ਨਾ, ਤੇਰੇ ਨਾਲ ਕੀ ਬੋਲਣਾ, ਤੇਰੇ ਮੂੰਹ ਉੱਤੇ ਮੁੱਛ ਕੋਈ ਨਾ, ਜਾਂ ਮਜ਼ਾ ਪਿਆਰ ਦਾ ਚੱਖ ਲਾਂਗਾ, ਜੇ ਤੇਰਾ ਹੁਕਮ ਹੋਵੇ ਮੈਂ ਤਾਂ ਦਾੜੀ ਵੀ ਰੱਖ ਲਾਂਗਾ, ਜਾਂ ਬੱਲੇ ਬੱਲੇ ਨੀ ਸੱਸ ਨੇ ਸਦੂਖ ਜੰਮਿਆ, ਹੁਣ ਦਊਗੀ ਧੀਆਂ ਨੂੰ ਮੁਕਲਾਵੇ। ਮਤਲਬ ਜਾਂ ਸੱਸ ਨੇ ਚੁਬਾਰਾ ਜੰਮਿਆ, ਵਿੱਚੋਂ ਨਿਕਲੀ ਬਾਂਸ ਦੀ ਪੌੜੀ। ਇਸ ਤਰ੍ਹਾਂ ਦੇ ਮਤਲਬ ਜਿਹੜਾ ਹੈ ਨਾ ਹਾਸਾ ਜਿਹੜਾ ਜਿਹਨੂੰ ਮਤਲਬ ਟੱਪਿਆਂ ਨੂੰ ਪੜ੍ਹ ਕੇ ਜਿਹੜੇ ਜਾਂ ਸੁਣ ਕੇ ਜਿਹੜਾ ਆਉਂਦਾ ਆ। ਫਿਰ ਇਸ ਤੋਂ ਇਲਾਵਾ ਜਿਹੜਾ ਸਾਡੇ ਕੋਲ ਕਰਨਾ ਰਸੀ ਜਿਹੜੇ ਟੱਪੇ, ਕਰਨਾ ਦੇ ਮਤਲਬ ਹੁੰਦਾ ਹੈ ਜਦੋਂ ਜਿਹੜਾ ਹੈ ਨਾ ਬਿਰਹਾ ਜਿਹੜਾ ਪੱਖ ਜਿਹੜਾ ਉਹ ਹੋਰ ਵੱਧ ਜਾਂਦਾ ਹੈ। ਇਹਦੇ ਵਿੱਚ ਹੰਝੂਆਂ ਔਰ ਹੌਕਿਆਂ ਦੀ ਜਿਹੜੀ ਗੱਲ ਜਿਹੜੀ ਆ
ਉਹ ਵੱਧ ਜਾਂਦੀ ਹੈ। ਜਿਸ ਤਰ੍ਹਾਂ ਹੋ ਅਸਾਂ ਦਿਲ ਦਾ ਪਕਾਇਆ ਫੁਲਕਾ, ਅਸਾਂ ਦਿਲ ਦਾ ਪਕਾਇਆ ਫੁਲਕਾ, ਹੱਡੀਆਂ ਦੀ ਅੱਗ ਬਾਲ ਕੇ, ਅੱਗ ਬਾਲ ਕੇ, ਹੱਡੀਆਂ ਦੀ ਅੱਗ ਬਾਲ ਕੇ, ਅੱਗ ਬਾਲ ਕੇ, ਨਾਲ ਸਦਰਾਂ ਸੀ ਜਿਹੜੇ ਫੁੱਲ ਬੀਜੇ, ਨਾਲ ਸਦਰਾਂ ਸੀ ਜਿਹੜੇ ਫੁੱਲ ਬੀਜੇ, ਉੱਗੇ ਉਹ ਕਰੀ ਹੀਰ ਬਣ ਕੇ, ਉਹ ਬਣ ਕੇ, ਸੂਲੀ ਟੰਗਦਿਆਂ ਸੀ ਨਹੀਂਓ ਕੀਤੀ ਹੋ, ਸੂਲੀ ਟੰਗਦਿਆਂ ਸੀ ਨਹੀਂਓ ਕੀਤੀ, ਸਥਰਾਂ ਤੇ ਭੁੱਬਾਂ ਮਾਰਦਾ, ਭੁੱਬਾਂ ਮਾਰਦਾ। ਸੋ ਇਹਨਾਂ ਟੱਪਿਆਂ ਨੂੰ ਅਸੀਂ ਕਰਨਾ ਰਸੀ ਜਿਹੜੇ ਟੱਪੇ ਕਹਿ ਸਕਦੇ ਹਾਂ। ਕੁਝ ਟੱਪੇ ਜਿਹੜੇ ਆ ਇਹਦੇ ਜਿਹੜੇ ਅਸੀਂ ਉਹਨਾਂ ਨੂੰ ਅਸੀਂ ਭਗਤੀ ਰਸ ਵਾਲੇ ਟੱਪੇ ਜਿਹੜੇ ਆ ਉਹ ਮੰਨਦੇ ਆ, ਜਿੱਦਾਂ ਸਤਿਗੁਰਾਂ ਨੇ ਜਹਾਜ਼ ਬਣਾਇਆ ਆਜੋ ਜੀ ਨੇ ਪਾਰ ਲੰਘਣਾ, ਜਾਂ ਜੇ ਭਵ ਜਲ ਲੰਘਣਾ ਨਹੀਂ ਜਿੰਦੜੀਏ ਪੜ੍ਹ ਸਤਿਗੁਰ ਦੀ ਬਾਣੀ, ਰੱਬ ਵਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ। ਇਸ ਤਰੀਕੇ ਦੇ ਨਾਲ ਅਸੀਂ ਟੱਪੇ ਜਿਹੜੇ ਆ ਵੇਖ ਸਕਦੇ ਹਾਂ। ਕੁਛ ਟੱਪੇ ਇਹੋ ਜਿਹੇ ਆ ਮੈਨੂੰ ਰਸ ਦੇ ਵਿੱਚ ਲੱਗਦੇ ਜਿਨ੍ਹਾਂ ਦੇ ਵਿੱਚ ਭਿਆਨਕ ਰਸ ਦੀ ਜਿਹੜੀ ਆ ਵਰਤੋਂ ਹੋਈ ਮਿਲਦੀ ਆ, ਜਿੱਦਾਂ ਤੇਰੇ ਦੰਦਾਂ ਦੇ ਬਣਨਗੇ ਖੋਲੇ ਹੋ, ਤੇਰੇ ਦੰਦਾਂ ਦੇ ਬਣਨਗੇ ਖੋਲੇ, ਹੱਡੀਆਂ ਦੀ ਰਾਖ ਬਣੂ, ਰਾਖ ਬਣ ਜਾਊ, ਗੋਰਾ ਰੰਗ ਟਿੱਬਿਆਂ ਦਾ ਰੇਤਾ, ਵਾਈ ਉੱਡ ਜਾਵਣਾ, ਉੱਡ ਜਾਵਣਾ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਰਸ ਦੇ ਆਧਾਰ ਤੇ ਜਿਹੜਾ ਵਰਗੀਕਰਨ ਕਰ ਸਕਦੇ ਹਾਂ। ਹਾਂਜੀ ਹਾਂਜੀ, ਜਿੱਦਾਂ ਤੁਸੀਂ ਗਾ ਰਹੇ ਹੋ, ਤੁਹਾਡੀ ਤਾਂ ਆਵਾਜ਼ ਹੀ ਬਹੁਤ ਸੋਹਣੀ ਹੈ, ਵਾਹ ਜੀ ਵਾਹ। ਤੇ ਇਹ ਪੇਸ਼ਕਾਰੀ ਦੇ ਆਧਾਰ ਤੇ ਟੱਪਿਆਂ ਦੀਆਂ ਕਿੰਨੀਆਂ ਕਿਸਮਾਂ ਮਿਲਦੀਆਂ ਹਨ? ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਪੇਸ਼ਕਾਰੀ ਦੇ ਆਧਾਰ ਦੇ ਉੱਪਰ ਜਿਹੜੇ ਜਦੋਂ ਅਸੀਂ ਟੱਪਿਆਂ ਦੀ ਜਦੋਂ ਗੱਲ ਕਰਦੇ ਹਾਂ ਤੇ ਵੈਸੇ ਤਾਂ ਇਹਦੇ ਹਰ ਪੇਸ਼ਕਰਤਾ ਦੇ ਉੱਪਰ ਨਿਰਭਰ ਕਰਦਾ, ਪਰ ਮੋਟੇ ਰੂਪ ਵਿੱਚ ਟੱਪੇ ਦੋ ਤਰੀਕੇ ਦੇ ਨਾਲ ਪੇਸ਼ ਕੀਤੇ ਜਾਂਦੇ ਆ। ਇੱਕ ਟੱਪੇ ਉਹ ਆ ਜਿਨ੍ਹਾਂ ਨੂੰ ਜਿਹੜਾ ਕੋਈ ਵਿਅਕਤੀ ਵਿਸ਼ੇਸ਼ ਇਕੱਲਿਆਂ ਲਾਉਂਦਾ ਹੈ, ਔਰ ਦੂਸਰੇ ਟੱਪੇ ਉਹ ਆ ਜਿਨ੍ਹਾਂ ਨੂੰ ਕਿਸੇ ਸਮੂਹ ਦੇ ਵਿੱਚ ਜਾਂ ਨਾਚ ਦੀ ਸੰਗਤ ਵਿੱਚ ਉਚਾਰਿਆ ਜਾਂਦਾ ਜੀ, ਗਾਉਂਦਾ ਹੈ ਜਾਂ ਬੋਲਦਾ ਹੈ ਜਾਂ ਕਿਸੇ ਤਰੀਕੇ ਦੇ ਨਾਲ ਵੀ ਇਹਦੀ ਜਿਹੜੀ ਪੇਸ਼ਕਾਰੀ ਹੁੰਦੀ ਆ। ਔਰ ਇਹਨਾਂ ਦੇ ਵਿੱਚ ਜਿਹੜਾ ਨਾ ਮੈਨੂੰ ਮੋਟਾ ਜਿਹਾ ਜਿਹੜਾ ਅੰਤਰ ਲੱਗਦਾ, ਜਿਹੜੇ ਵਿਅਕਤੀਗਤ ਟੱਪੇ ਆ ਜਦੋਂ ਵਿਅਕਤੀਗਤ ਪੇਸ਼ਕਾਰੀ ਹੁੰਦੀ ਆ ਤੇ ਇਹਦੇ ਵਿੱਚ ਹੇਕਾਂ ਦੀ ਜਿਹੜੀ ਆ ਉਹ ਮਾਤਰਾ ਵੱਧ ਜਾਂਦੀ ਆ, ਇਹਨਾਂ ਦੀ ਜਿਹੜੀ ਇਹਨਾਂ ਹੇਕਾਂ ਦੀ ਵੀ ਜਿਹੜੀ ਬਹੁਤਾਤ ਮਿਲਦੀ ਆ ਤੇ ਨਾਲ ਦੀ ਨਾਲ ਇਹਨਾਂ ਵਿੱਚ ਲਮਕਾਓ ਵੀ ਵੱਧ ਜਾਂਦਾ ਹੈ। ਪਰੰਤੂ ਜਦੋਂ ਇਹਦੀ ਪੇਸ਼ਕਾਰੀ ਨਾਚ ਦੇ ਸੰਦਰਭ ਵਿੱਚ ਹੁੰਦੀ ਆ, ਇਹਦੀ ਜਿਹੜੀ ਗਤੀ ਜਿਹੜੀ ਆ ਮੁਕਾਬਲਤਨ ਤੇਜ਼ ਹੋ ਜਾਂਦੀ ਹੈ, ਔਰ ਇਹਦੇ ਨਾਲ ਕੁਝ ਜਿਹੜੇ ਇਹੋ ਜਿਹੇ ਜਿਹੜੇ ਆ ਕੁਝ ਸ਼ਬਦ ਜੋੜ ਲਏ ਜਾਂਦੇ ਆ, ਜਾਂ ਇਹੋ ਜਿਹੇ ਕਦੀ ਤੁਕ ਮੁਰੇ ਜੋੜ ਲਈ ਜਾਂਦੀ ਹੈ ਜਿਹੜਾ ਤੁਕਾਂਤ ਜਿਹੜਾ ਹੈ ਟੱਪੇ ਦੇ ਤੁਕਾਂਤ ਨਾਲ ਮਿਲਦਾ ਹੁੰਦਾ ਹੈ। ਔਰ ਇਹ ਜਿਹੜਾ ਆ ਨਾ ਟੱਪਾ, ਇਹਦੇ ਵਿੱਚ ਦੁਹਰਾਓ, ਜਿੱਥੇ ਉਧਰ ਲਮਕਾਓ ਜ਼ਿਆਦਾ, ਇੱਧਰ ਦੁਹਰਾਓ ਬਹੁਤ, ਦੁਹਰਾਓ ਛੱਡ ਕੇ ਤਿਹਰਾਓ ਚਹਰਾਓ ਵੀ ਮਿਲਦਾ ਜਦੋਂ ਟੱਪੇ ਜਿਹੜੇ ਇਹਨਾਂ ਦੀ ਪੇਸ਼ਕਾਰੀ ਹੁੰਦੀ ਆ। ਮੈਂ ਤੁਹਾਨੂੰ ਹੁਣ ਇੱਕ ਉਦਾਹਰਨ ਦੇ ਕੇ ਆਪਣੀ ਗੱਲ ਨੂੰ ਮੈਂ ਸਪਸ਼ਟ ਕਰਨਾ ਚਾਹਾਂਗਾ। ਜਿੱਦਾਂ ਹੁਣ ਸਾਡੇ ਕੋਲ ਇੱਕ ਟੱਪਾ ਆ, ਕੋਠੇ ਦੇ ਦੋ ਟੁੰਬਾਂ ਤੈਨੂੰ ਤਾਪ ਚੜੇ ਮੈਂ ਹੋਊਂਗਾ, ਇਹਦੀ ਜਿਹੜੀ ਵਿਅਕਤੀਗਤ ਪੇਸ਼ਕਾਰੀ ਆ ਉਹ ਹੋਰ ਤਰ੍ਹਾਂ ਹੋਏਗੀ। ਉਹ ਜਦੋਂ ਅਸੀਂ ਗਿੱਧੇ ਦੇ ਵਿੱਚ ਇਸ ਨੂੰ ਵੇਖਾਂਗੇ, ਇਹਦੀ ਜਿਹੜੀ ਪੇਸ਼ਕਾਰੀ ਹੋਰ ਤਰ੍ਹਾਂ ਹੋ ਜਾਏਗੀ। ਕੋਠੇ ਤੇ ਦੋ ਟੁੰਬਾਂ ਵੇ, ਤੇਰੀ ਮੇਰੀ ਇੱਕ ਜਿੰਦੜੀ, ਤੈਨੂੰ ਤਾਪ ਚੜੇ ਮੈਂ ਹੋਊਂਗਾ ਵੇ, ਤੇਰੀ ਮੇਰੀ ਇੱਕ ਜਿੰਦੜੀ। ਜਦੋਂ ਇਹਨੂੰ ਨਾਚ ਦੇ ਜਿਹੜਾ ਸੰਦਰਭ ਵਿੱਚ ਜਿਹੜੀ ਇਹਦੀ ਪ੍ਰਸਤੁਤੀ ਹੋਏਗੀ, ਉੱਥੇ ਇਸ ਤਰ੍ਹਾਂ ਦੀ ਇਹਦੀ ਗਤੀ ਵੀ ਵੱਧ ਜਾਏਗੀ। ਔਰ ਦੇਖਣਾ ਤੁਸੀਂ, ਟੁੰਬਾਂ 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 ਤੇਰੀ ਮੇਰੀ ਇੱਕ ਜਿੰਦੜੀ, ਤੈਨੂੰ ਤਾਪ ਚੜੇ ਮੈਂ ਹੋਊਂਗਾ ਤੇਰੀ ਮੇਰੀ ਇੱਕ ਜਿੰਦੜੀ, ਤੈਨੂੰ ਤਾਪ ਚੜੇ ਮੈਂ ਹੋਊਂਗਾ ਤੇਰੀ ਮੇਰੀ ਇੱਕ ਜਿੰਦੜੀ।
ਸੋ ਇਹ ਜਿਹੜੀ ਆ ਇਹ ਪੇਸ਼ਕਾਰੀ ਜਿਹੜੀ ਆ ਇਹਦੇ ਵਿੱਚ ਜਿਹੜੀ ਆ ਖਾਸ ਤੌਰ ਦੇ ਉੱਪਰ ਜਦੋਂ ਇਹਦੀ ਜਿਹੜੀ ਨਾਚ ਦੇ ਸੰਦਰਭ ਵਿੱਚ ਅਸੀਂ ਵੇਖਦੇ ਹਾਂ ਤੇ ਇਹ ਅੰਤਰ ਮਿਲਦਾ ਆ। ਮੈਨੂੰ ਇੱਕ ਗੱਲ ਹੋਰ ਵੀ ਜਿਹੜੀ ਮੈਂ ਸਾਂਝੀ ਕਰਨਾ ਚਾਹਾਂਗਾ, ਹਰ ਨਾਚ ਦੇ ਵਿੱਚ ਇਹਦੀ ਜਿਹੜੀ ਪੇਸ਼ਕਾਰੀ ਭਾਵਾਂ ਇਹ ਸਮੂਹ ਗਾਨ ਵਜੋਂ ਹੀ ਇਹਦੀ ਪ੍ਰਸਤੁਤੀ ਹੁੰਦੀ ਆ, ਪਰ ਉਹਨਾਂ ਦੇ ਵਿੱਚ ਵੀ ਜਿਹੜਾ ਥੋੜਾ ਬਹੁਤਾ ਵਖਰੇਵਾਂ ਦੇਖਣ ਨੂੰ ਮਿਲ ਜਾਂਦਾ ਹੈ। ਜਿਸ ਤਰੀਕੇ ਨਾਲ ਸਾਡੇ ਕੋਲ ਗਿੱਧਾ ਹੈ, ਗਿੱਧੇ ਦੇ ਵਿੱਚ ਜਿਹੜਾ ਆ ਨਾ, ਜਦੋਂ ਬੋਲੀ ਕੋਈ ਜਿਹੜੀ ਬੋਲੀਕਾਰ ਲੜਕੀ ਜਿਹੜੀ ਆ ਉਹ ਚੱਕਦੀ ਆ, ਉਹਦਾ ਜਿਹੜਾ ਟੱਪੇ ਦਾ ਜਿਹੜਾ ਪਹਿਲਾ ਹਿੱਸਾ ਆ ਉਹ ਇੱਕ ਖਾ ਇੱਕੋ ਲੜਕੀ ਦੁਆਰਾ ਚੱਕਿਆ ਜਾਂਦਾ, ਜਦਕਿ ਦੂਸਰਾ ਹਿੱਸਾ ਜਿਹੜਾ ਆ ਉਹ ਸਮੂਹ ਜਿਹੜੀਆਂ ਦਾਇਰਾ ਬਣ ਕੇ ਕੁੜੀਆਂ ਖੜੋਤੀਆਂ ਹੁੰਦੀਆਂ ਉਹ ਤਾੜੀ ਦੀ ਸੰਗਤ ਨਾਲ ਜਿਹੜਾ ਉਹਦਾ ਜਿਹੜਾ ਉਚਾਰਨ ਕਰਦੀਆਂ ਔਰ ਦੁਹਰਾਉਂਦੀਆਂ ਆ। ਜਦ ਕਿ ਬਾਜ਼ੀਗਰਨੀਆਂ ਦਾ ਗਿੱਧੇ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਉਹਦੇ ਵਿੱਚ ਜਿਹੜਾ ਜੋ ਵੀ ਜਿੰਨਾ ਇਹਦਾ ਉਚਾਰਨ ਹੋਏਗਾ ਉਹ ਜਿਹੜੇ ਦਾਇਰੇ ਦੇ ਵਿੱਚ ਖੜੋਤੀਆਂ ਹੋਈਆਂ ਲੜਕੀਆਂ ਜਿਹੜੀਆਂ ਹੋਣਗੀਆਂ, ਔਰਤਾਂ ਹੋਣਗੀਆਂ, ਸਵਾਣੀਆਂ ਹੋਣਗੀਆਂ, ਉਹਨਾਂ ਦੁਆਰਾ ਹੀ ਕੀਤਾ ਜਾਏਗਾ। ਔਰ ਇਹ ਮਤਲਬ ਇਹ ਨਹੀਂ ਹੈ ਵੀ ਇੱਕ ਹਿੱਸਾ ਕਿਸੇ ਨੇ, ਇੱਕ ਹਿੱਸਾ ਕਿਸੇ ਨੇ, ਉਹ ਸਮੂਹਕ ਰੂਪ ਵਿੱਚ ਹੀ ਉਹਦਾ ਪਹਿਲਾ ਹਿੱਸਾ ਵੀ ਔਰ ਦੂਸਰਾ ਹਿੱਸਾ ਵੀ ਜਿਹੜਾ ਉਹ ਪ੍ਰਸਤੁਤ ਕੀਤਾ ਜਾਏਗਾ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਨਾਚਾਂ ਨੂੰ ਵੇਖ ਸਮਝ ਸਕਦੇ ਹਾਂ ਜੀ। ਹਾਂਜੀ, ਤੇ ਜੀ। ਤੁਸੀਂ ਵਿਧਾ ਦੇ ਆਧਾਰ ਤੇ ਟੱਪੇ ਦਾ ਵਰਗੀਕਰਨ ਕਿਵੇਂ ਕਰੋਗੇ? ਸਵਰਾਜ ਜੀ, ਗੱਲ ਇਸ ਤਰ੍ਹਾਂ ਆ, ਵਿਧਾ ਦੇ ਆਧਾਰ ਤੇ ਜਦੋਂ ਅਸੀਂ ਟੱਪੇ ਦਾ ਵਰਗੀਕਰਨ ਕਰਦੇ ਹਾਂ ਤੇ ਸਾਡੇ ਕੋਲ ਤਿੰਨ ਤਰ੍ਹਾਂ ਦੇ ਟੱਪੇ ਦੇਖਣ ਨੂੰ ਮਿਲਦੇ ਆ। ਇੱਕ ਟੱਪੇ ਉਹ ਆ ਜਿਨ੍ਹਾਂ ਦੇ ਵਿੱਚ ਕਹਾਣੀ ਚੱਲਦੀ ਆ, ਇੱਕ ਉਹ ਟੱਪੇ ਆ ਜਿਨ੍ਹਾਂ ਦੇ ਵਿੱਚ ਨਾਟਕੀ ਸਥਿਤੀ ਜਿਹੜੀ ਆ ਉਹਦੀ ਪੇਸ਼ਕਾਰੀ ਹੁੰਦੀ ਹੈ, ਤੇ ਕੁਝ ਟੱਪੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਜਿਹੜੇ ਆ ਪ੍ਰਗੀਤਕ ਕਿਸਮ ਦੇ ਟੱਪੇ ਸਾਨੂੰ ਜਿਹੜੇ ਆ ਸਾਡੇ ਸਾਹਮਣੇ ਆਉਂਦੇ ਆ। ਜਿਹੜੇ ਪਹਿਲਾ ਜਿਹੜਾ ਮੈਂ ਇਹਦਾ ਵਰਗੀਕਰਨ ਜਦੋਂ ਕਰਦਾ ਉਹ ਬਿਰਤਾਂਤਕ ਟੱਪਿਆਂ। ਬਿਰਤਾਂਤ ਦਾ ਮਤਲਬ ਆ ਤੁਹਾਨੂੰ ਇਹਨੂੰ ਅਸੀਂ ਕਹਿੰਦੇ ਹਾਂ ਸੁਣਾਈ ਗਈ ਕਥਾ ਜਾਂ ਸੁਣਾਈ ਗਈ ਕਹਾਣੀ ਨੂੰ ਕਹਿੰਦੇ ਆ। ਇਹਦੇ ਵਿੱਚ ਇੱਕ ਸੁਣਾਉਣ ਵਾਲਾ ਹੁੰਦਾ ਔਰ ਇੱਕ ਜਿਹੜੀ ਆ ਸੁਣਾਈ ਗਈ ਕਹਾਣੀ ਜਾਂ ਕਥਾ ਹੁੰਦੀ ਆ। ਕਥਾ ਸੁਣਦੇ ਸਮੇਂ ਜਿਹੜਾ ਸਰੋਤੇ ਦਾ ਧਿਆਨ ਦੋ ਪਾਸੇ ਨਾਲੋਂ ਨਾਲ ਖੰਡਿਤ ਹੋਇਆ ਰਹਿੰਦਾ, ਇੱਕ ਸੁਣਾਈ ਜਾ ਰਹੀ ਕਥਾ ਦੇ ਵਿੱਚ, ਇੱਕ ਸੁਣਾਉਣ ਵਾਲੇ ਦੇ ਵਿੱਚ। ਇਹਦੇ ਵਿੱਚ ਨਰੇਟਰ ਜਿਹੜਾ ਉਹ ਲਾਜ਼ਮੀ ਔਰ ਅੱਗੇ ਹੋ ਕੇ ਜਿਹੜਾ ਆਪਣੀ ਗੱਲ ਨੂੰ ਜਿਹੜਾ ਉਜਾਗਰ ਕਰਦਾ ਹੈ, ਔਰ ਇਹ ਜਿਹੜੀ ਗੱਲ ਜਿਹੜੀ ਆ ਆਪਣੀ ਉਹ ਜੋ ਵੀ ਉਹ ਕਰਦਾ ਉਹ ਤੀਸਰੇ ਜਿਹੜਾ ਆ ਨਾ ਅੰਨ੍ਹਿਆ ਪਰਖੀ ਜਾਂ ਥਰਡ ਪਰਸਨ ਰਾਹੀਂ ਜਿਹੜੀ ਆਪਣੀ ਗੱਲ ਨੂੰ ਜਿਹੜਾ ਉਜਾਗਰ ਕਰਦਾ ਹੈ। ਇਹਦੇ ਵਿੱਚ ਜਿਹੜੀਆਂ ਬਿਰਤਾਂਤਕ ਟੱਪੇ ਹੁੰਦੇ ਆ, ਇਹਦੇ ਵਿੱਚ ਦੋ ਕਾਲਕੀ ਕਿਰਿਆਵਾਂ ਦਾ ਜਿਹੜੇ ਆ ਉਹ ਵਰਤੋਂ ਕੀਤੀ ਗਈ ਹੁੰਦੀ ਆ। ਜਿਵੇਂ ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਘੂਕ ਸੁਣ ਕੇ। ਹੁਣ ਇਹ ਦੋ ਘਟਨਾਵਾਂ, ਇਹਦੇ ਵਿੱਚ ਵਿਸਤਾਰ ਦੀ ਗੁੰਜਾਇਸ਼ ਨਹੀਂ। ਇਹ ਜਿਹੜੀਆਂ ਘਟਨਾਵਾਂ ਆ ਇਹ ਕਾਰਨਮਈ ਔਰ ਕਾਲਮਈ ਦੋਹਾਂ ਸੰਦਰਭਾਂ ਦੇ ਵਿੱਚ ਜਿਹੜੀਆਂ ਇਹ ਜੁੜੀਆਂ ਹੋਈਆਂ ਵੇਖਣ ਨੂੰ ਮਿਲਦੀਆਂ। ਏਦਾਂ ਦੀਆਂ ਹੋਰ ਜਿਹੜੀਆਂ ਪ੍ਰਵਰਤੀ ਦੀਆਂ ਜਿਹੜੀਆਂ ਟੱਪੇ ਆ ਜਿਹੜੇ ਜਿਹੜੇ ਇਸ ਤਰ੍ਹਾਂ ਦੀ ਜਿਹੜੀਆਂ ਬੋਲੀਆਂ ਜਿਹੜੀਆਂ ਉਹਨਾਂ ਦੇ ਵਿੱਚ ਅਸੀਂ ਹੋਰ ਵੀ ਲੈ ਸਕਦੇ ਹਾਂ। ਜਿਸ ਤਰੀਕੇ ਦੇ ਨਾਲ ਪਾਣੀ ਡੋਲ ਗਈ ਝਾਂਜਰਾਂ ਵਾਲੀ ਕੈਂਠੇ ਵਾਲਾ ਤਿਲਕ ਗਿਆ, ਸੋ ਜਦੋਂ ਯਾਦ ਸੱਜਣਾ ਦੀ ਆਈ ਚਰਖੇ ਤੇ ਲੁੜਕ ਗਈ। ਸੋ ਇਹ ਜਿਹੜੇ ਟੱਪੇ ਆ ਇਹ ਬਿਰਤਾਂਤਿਕ ਟੱਪੇ ਇਹਨਾਂ ਨੂੰ ਅਸੀਂ ਕਹਾਂਗੇ। ਦੂਸਰੇ ਟੱਪੇ ਆ ਨਾਟਕੀ ਟੱਪੇ। ਨਾਟਕੀ ਟੱਪੇ ਦੇ ਵਿੱਚ ਜਿਹੜੀ ਆ ਗੱਲ ਜਿਹੜੀ ਆ ਪਾਤਰਾਂ ਦੇ ਰਾਹੀਂ ਕੀਤੀ ਜਾਂਦੀ ਆ। ਨਾਟਕੀ ਟੱਪੇ ਉਹਨਾਂ ਨੂੰ ਅਸੀਂ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਜਿਹੜੀ ਆ ਸੁਣਾਈ ਗਈ ਕਥਾ ਨਹੀਂ ਹੋਏਗੀ ਬਲਕਿ ਦਿਖਾਈ ਗਈ ਕਥਾ ਹੋਏਗੀ। ਦੋ ਪਾਤਰ ਇੱਕ ਦੂਜੇ ਨਾਲ ਸੰਵਾਦ ਕਰਦੇ ਦ੍ਰਿਸ਼ਟੀਗੋਚਰ ਹੋਣਗੇ ਔਰ ਦੂਸਰਾ ਪਾਤਰ ਉਹਦੀ ਕੋਈ ਨਾ ਕੋਈ ਜਿਹੜੀ ਆ ਨਾ ਮੌਕੇ ਤੇ ਮੌਜੂਦਗੀ ਦਿਸੇਗੀ। ਜਿੱਦਾਂ ਆਹ ਲੈ ਨੱਤੀਆਂ ਕਢਾ ਲਈ ਪਿੱਪਲ ਪੱਤੀਆਂ ਤੇ ਕਿਸੇ ਕੋਲੇ ਗੱਲ ਨਾ ਕਰੀ, ਜਾਂ ਆਹ ਲੈ ਡੰਡੀਆਂ ਜੇਬ ਵਿੱਚ ਪਾ ਲਾ ਬੋਤੇ ਉੱਤੇ ਕੰਨ ਦੁਖਦੇ, ਜਾਂ ਪੁੱਛਦਾ ਦਿਓਰ ਖੜਾ ਤੇਰਾ ਕੀ ਦੁਖਦਾ ਭਰਜਾਈਏ ਤੈਨੂੰ ਧੁੱਪ ਲੱਗਦੀ ਲੈ ਲਾ ਚਾਦਰਾ ਮੇਰਾ। ਸੋ ਇਹ ਜਿਹੜੇ ਆ ਟੱਪੇ ਜਿਹੜੇ ਆ ਇੱਕ ਕਿਸਮ ਦੇ ਜਿਹੜੇ ਅਸੀਂ ਨਾਟਕੀ ਟੱਪੇ ਜਿਹੜੇ ਆ ਇਹਨਾਂ ਨੂੰ ਮੰਨਦੇ ਆ। ਤੀਸਰਾ ਟੱਪੇ ਜਿਹੜੇ ਆ ਪ੍ਰਗੀਤਕ ਟੱਪੇ ਹੁੰਦੇ ਆ। ਪ੍ਰਗੀਤਕ ਟੱਪੇ ਨੂੰ ਅੰਗਰੇਜ਼ੀ ਚ ਲਿਰਿਕਲ ਜਿਹੜਾ ਟੱਪੇ ਕਹਿੰਦੇ ਆ ਅਸੀਂ। ਇਹਦੇ ਵਿੱਚ ਵਕਤਾ ਜਿਹੜਾ ਆ ਆਪਣੇ ਨਿੱਜ ਨਾਲ ਗੱਲਾਂ ਕਰਦਾ ਦ੍ਰਿਸ਼ਟੀਗੋਚਰ ਹੁੰਦਾ। ਇਹ ਜਿਹੜਾ ਆ ਕਥਾ ਜਿਹਦੇ ਵਿੱਚ ਆਪਾਂ ਕਥਾ ਦਾ ਭਾਵ ਹੁੰਦਾ ਹੈ ਔਰ ਗੱਲ ਜਿਹੜੀ ਘੁੰਮ ਫਿਰ ਕੇ ਕਿਸੇ ਕੇਂਦਰ ਵਿਸ਼ੇਸ਼ ਵੱਲ ਮੁੜਦੀ ਆ, ਔਰ ਇਹਦੇ ਵਿੱਚ ਇੱਕੋ ਹੀ ਸਥਿਤੀ ਦੀ ਜਿਹੜੀ ਪੇਸ਼ਕਾਰੀ ਹੁੰਦੀ ਹੈ।
ਇਹ ਟੱਪੇ ਜਿਹੜੇ ਆ ਮੈਂ ਸ਼ੈਲੀ ਦੇ ਵਿੱਚ ਜਿਹੜੇ ਆ ਉਹ ਪ੍ਰਸਤੁਤ ਕੀਤੇ ਜਾਂਦੇ ਆ। ਮੈਂ, ਅਸਾਂ, ਇਹੋ ਜਿਹੇ ਜਿਹੜੇ ਇਹਦੇ ਵਿੱਚ ਸ਼ਬਦ ਆਉਣਗੇ, ਜਾਂ ਕਿ ਇਹਦੇ ਵਿੱਚ ਕੋਈ ਵੀ ਸੰਬੋਧਨੀ ਜਿਹੜਾ ਸ਼ਬਦ ਜਿਹੜਾ ਨਹੀਂ ਆਏਗਾ। ਜਿਸ ਤਰੀਕੇ ਦੇ ਨਾਲ ਐਡਾ ਮੇਰਾ ਕਿਹੜਾ ਦਰਦੀ ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ, ਜਾਂ ਤੇਰੇ ਦੁੱਧ ਦੇ ਗਲਾਸ ਵਿੱਚ ਮਿੱਤਰਾ ਘੁਲ ਜਾਵਾਂ ਖੰਡ ਬਣ ਕੇ, ਜਾਂ ਲੱਗੀਆਂ ਤ੍ਰਿੰਝਣਾਂ ਦੀਆਂ ਮੈਨੂੰ ਯਾਦ ਗੱਡੀ ਵਿੱਚ ਆਈਆਂ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਆ ਇਹ ਵਿਧਾ ਦੇ ਪੱਖ ਦੇ ਜਿਹੜਾ ਵਿਧਾ ਦੇ ਆਧਾਰ ਦੇ ਉੱਪਰ ਇਹਨਾਂ ਦਾ ਵਰਗੀਕਰਨ ਕਰ ਸਕਦੇ ਜੀ। ਜੀ, ਬੜੀ ਡੂੰਘਾਈ ਦੇ ਵਿੱਚ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਅੱਜ, ਹੈ ਨਾ। ਤੇ ਤੁਹਾਨੂੰ ਮੈਂ ਵੈਸੇ ਇਹ ਵੀ ਐਂਡ ਤੇ ਪੁੱਛਣਾ ਚਾਹਾਂਗੀ, ਅੰਤ ਵਿੱਚ ਆਪਣੇ ਕੋਲ ਸਮਾਂ ਵੀ ਥੋੜਾ ਰਹਿ ਗਿਆ, ਕਿ ਤੁਹਾਨੂੰ ਇਹ ਚੇਟਕਤਾ ਕਿੱਥੋਂ ਲੱਗੀ ਇਸ ਚੀਜ਼ ਨੂੰ ਖੋਜਣ ਦੀ, ਇਸ ਜਾਣਕਾਰੀ ਦੀ ਇਕੱਠੀ ਕਰਨ ਦੀ? ਜਾਣਕਾਰੀ ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਪਹਿਲਾਂ ਤੇ ਕੁਝ ਜਿਹੜਾ ਹੈ ਨਾ ਸਾਡੇ ਮੇਰੇ ਜਿਹੜਾ ਹੈ ਨਾ ਆਦਰਸ਼ ਜਿਹੜੇ ਆ ਇਹ ਨਾ ਮਤਲਬ ਬੋਲੀਆਂ ਦੇ ਜਿਹੜੇ ਮੇਰੀ ਮਾਤਾ ਜੀ ਰਹੇ ਆ, ਔਰ ਮੈਂ ਆਪਣੀ ਮਾਤਾ ਨੂੰ ਬਹੁਤ ਸਾਰੀਆਂ ਜਿਹੜੀਆਂ ਨਾ ਪਰਫਾਰਮੈਂਸ ਦੇ ਉੱਪਰ ਇਹਨਾਂ ਦੀ ਜਿਹੜੀ ਪ੍ਰਸਤੁਤੀ ਕਰਦਿਆਂ ਵੇਖਦਾ ਰਿਹਾ ਆ, ਔਰ ਉਹ ਮੇਰੇ ਸਹਿਜ ਰੂਪ ਵਿੱਚ ਹੀ ਜਿਹੜਾ ਆ ਉਹ ਅੰਦਰ ਜਿਹੜੇ ਵਸ ਗਏ। ਤੇ ਦੂਸਰਾ ਇਹ ਹੈ ਕਿ ਮੈਨੂੰ ਜਿਹੜਾ ਹੈ ਨਾ ਆਪਣੇ ਖਾਸ ਕਰਕੇ ਮਾਲਵਾ ਖੇਤਰ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਤੇ ਬਹੁਤ ਸਾਰੇ ਜਿਹੜੇ ਆ ਬੋਲੀਕਾਰਾਂ ਨੂੰ ਜਿਹੜਾ ਆ ਉਹਨਾਂ ਨੂੰ ਜਦੋਂ ਮੈਂ ਮਿਲਿਆ, ਤੇ ਮੈਂ ਉੱਥੋਂ ਦਾ ਜਿਹੜੀਆਂ 4 ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਦੇ ਵਿੱਚ ਲੜੀ ਦੀਆਂ ਬੋਲੀਆਂ ਦਾ 2 ਜਿਲਦਾਂ ਆ, 2 ਮੈਂ ਭਗਤਾਂ ਦੀਆਂ ਪਾਵਾਂ ਬੋਲੀਆਂ। ਭਾਵਾਂ ਕਿ ਮੈਂ ਜਿਹੜੀਆਂ ਨਾ ਲੰਮੀਆਂ ਬੋਲੀਆਂ ਹੀ ਇਕੱਠੀਆਂ ਕੀਤੀਆਂ, ਪਰ ਮੇਰੇ ਕੋਲ ਜਿਹੜਾ ਹੈ ਨਾ ਇਹ ਜਿਹੜਾ ਇਸ ਤਰ੍ਹਾਂ ਦਾ ਬਹੁਤ ਸਾਰਾ ਭੰਡਾਰ ਇਕੱਠਾ ਹੁੰਦਾ ਗਿਆ, ਜਾਂ ਉਹ ਸਹਿਜ ਰੂਪ ਵਿੱਚ ਹੀ ਮੇਰੇ ਅੰਦਰ ਜਿਹੜੇ ਆ ਉਹ ਵਸਦੇ ਗਏ, ਬੈਠਦੇ ਗਏ, ਔਰ ਉਹਨਾਂ ਨੂੰ ਮੈਂ ਜਿਹੜਾ ਆ ਉਹ ਆਪਣੀਆਂ ਜਿਹੜੀਆਂ ਨਾ ਉਹ ਅੰਦਰ ਹੀ ਸਮਝ ਲਓ ਵਸੇ ਹੋਇਆ। ਤੇ ਦੂਸਰਾ ਇਹ ਆ ਵੀ ਥੋੜਾ ਬਹੁਤਾ ਪੜ੍ਹਨ ਦਾ ਵੀ ਸ਼ੌਕ ਆ, ਪੜ੍ਹ ਵੀ ਲਈਦਾ ਆ। ਤੇ ਮੈਂ ਅੱਜ ਵੀ ਜਦੋਂ ਵੀ ਕਿਤੇ ਨੇੜੇ ਤੇੜੇ ਗਿੱਧਾ ਕੋਈ ਪੈਂਦਾ ਹੋਵੇ, ਜਦੋਂ ਜਾਂ ਕੋਈ ਮਲਵਈ ਗਿੱਧਾ ਹੋਵੇ, ਮੈਂ ਬੜੇ ਸ਼ੌਕ ਨਾਲ ਦੇਖਣ ਜਾਂਦਾ ਆ। ਤੇ 2012 ਦੇ ਵਿੱਚ ਇੱਕ ਮੇਰੇ ਦੇ ਉੱਪਰ ਸੰਕਟ ਆਇਆ ਸੀਗਾ ਕਾਲਜ ਦੀ ਨੌਕਰੀ ਦਾ, ਔਰ 6 ਮਹੀਨੇ ਮੈਂ ਸਸਪੈਂਡ ਰਿਹਾ ਸੀ। ਤੇ ਮੈਂ ਉਹ ਜਿਹੜਾ ਸਾਰਾ ਸਮਾਂ ਜਿਹੜਾ ਨਾ ਆਪਣਾ ਇਸ ਜਿਹੜਾ ਹੈ ਨਾ ਇਹਨਾਂ ਸਾਹਿਤ ਰੂਪ ਜਿਹੜਾ ਬੋਲੀ ਨੂੰ ਹੀ ਜਿਹੜਾ ਇਹਦੇ ਉੱਤੇ ਸਮਰਪਿਤ ਕੀਤਾ ਆ, ਔਰ ਮੈਂ ਉਹ 6 ਮਹੀਨਿਆਂ ਦੇ ਵਿੱਚ 4 ਕਿਤਾਬਾਂ ਲਿਖ ਕੇ ਉੱਠਿਆ। ਮੇਰੇ ਕੋਲ ਇੰਨਾ ਭੰਡਾਰ ਹੋ ਗਿਆ ਸੀਗਾ ਇਹ ਬੋਲੀਆਂ ਦਾ ਜੀ। ਵੈਸੇ ਤਾਂ ਜਿਹੜਾ ਜੀ ਗਿੱਧਾ ਵਾ, ਹੁਣ ਗਿੱਧੇ ਤੁਸੀਂ ਗੱਲ ਕੀਤੀ, ਇੱਕ ਸਟੇਜ ਪਰਫਾਰਮੈਂਸ ਤੱਕ ਹੀ ਸੀਮਿਤ ਰਹਿ ਗਿਆ ਹੈ। ਅੰਤ ਵਿੱਚ ਵੈਸੇ ਤੁਸੀਂ ਸੁਨੇਹਾ ਕੀ ਦੇਣਾ ਚਾਹੋਗੇ ਸਾਡੇ ਦੋਸਤਾਂ ਨੂੰ, ਸਾਡੇ ਦਰਸ਼ਕਾਂ ਨੂੰ? ਸਵਰਾਜ ਜੀ, ਗੱਲ ਇਸ ਤਰ੍ਹਾਂ ਆ ਕਿ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੋ ਜਾਂਦੀ ਆ। ਗੱਲ ਇਹ ਹੈ ਕਿ ਸਾਨੂੰ ਜਿਹੜਾ ਨਾ ਆਪਣੇ ਸਾਹਿਤਿਕ ਵਿਰਸੇ, ਜਿਹੜਾ ਕਿ ਬੜਾ ਹੀ ਅਮੀਰ ਔਰ ਜਾਨਦਾਰ ਵਿਰਸਾ ਆ, ਇਹਨੂੰ ਸੰਭਾਲਣ ਦੀ ਜਿਹੜੀ ਆ ਕੋਸ਼ਿਸ਼ ਸਾਰਿਆਂ ਨੂੰ ਇਕੱਠੇ ਹੋ ਕੇ ਹੰਭਲਾ ਮਾਰ ਕੇ ਕਰਨੀ ਪਏਗੀ। ਤਾਂ ਹੀ ਅਸੀਂ ਜਿਹੜੀ ਅਜੋਕੀ ਜਿਹੜੀ ਗਾਇਕੀ ਦੇ ਵਿੱਚ ਜਿਹੜੇ ਝੁੱਲ ਰਹੇ ਝਖੜਾਂ ਦਾ ਜਿਹੜਾ ਅਸੀਂ ਸਾਹਮਣਾ ਕਰ ਸਕਾਂਗੇ। ਸਾਡੇ ਨਾ ਤਾਂ ਸਾਹਿਤ ਵਿੱਚ ਹੀ ਸਹਿਜਤਾ ਰਹੀ ਆ, ਨਾ ਸਾਡੇ ਜਿਹੜੀ ਗਾਇਕੀ ਆ ਇਹ ਹੀ ਜਿਹੜੀ ਆ ਇਹਦੇ ਵਿੱਚ ਹੀ ਜਿਹੜੀ ਸਹਿਜਤਾ ਜਾਂ ਠਹਿਰਾ ਦੇਖਣ ਨੂੰ ਮਿਲਦਾ ਹੈ। ਇਹਦੇ ਵਿੱਚ ਜਿਹੜਾ ਹੈ ਨਾ ਬੜਾ ਮਤਲਬ ਜਿਹੜਾ ਹੈ ਨਾ ਬੜਾ ਨਿਘਾਰ ਸਾਨੂੰ ਜਿਹੜਾ ਦਿਸਦਾ ਹੈ, ਔਰ ਇਹ ਮੈਨੂੰ ਐਂ ਲੱਗਦਾ ਕਿ ਇਹ ਇਕੱਲੇ ਕਾਰੇ ਬੰਦੇ ਦੇ ਜਿਹੜਾ ਵੱਸ ਦੀ ਗੱਲ ਨਹੀਂ ਹੈ। ਇਹ ਤੇ ਇੱਕ ਖਜ਼ਾਨਾ ਹੈ ਸਾਡਾ, ਜਿਹੜਾ ਸਾਰਿਆਂ ਦਾ ਸਾਂਝਾ ਆ, ਔਰ ਇਹ ਇੱਕ ਸਮੁੰਦਰ ਆ ਜਿਹਨੂੰ ਸੰਭਾਲਣਾ ਜਿਹੜਾ ਆ, ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਪਾਣੀ ਨੂੰ ਸੰਭਾਲਣਾ, ਇਹ ਸਾਡਾ ਜਿਹੜਾ ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ ਵੀ ਸਾਨੂੰ ਓਨਾ ਹੀ ਜ਼ਰੂਰੀ ਆ। ਇਹ ਸਾਡੀਆਂ ਜਿਹੜੀਆਂ ਪਰੰਪਰਾਵਾਂ ਆ, ਜਿਹੜੀਆਂ ਹੁਣ ਜਿੱਦਾਂ ਹੁਣ ਗਿੱਧਿਆਂ ਦੀ ਵੀ ਗੱਲ ਆਪਾਂ ਕਰ ਸਕਦੇ ਹਾਂ ਕਿ ਗਿੱਧੇ ਵੀ ਜਿਹੜੇ ਆ ਉਹ ਸਟੇਜ ਪਰਫਾਰਮੈਂਸਿਸ ਹੀ ਬਣ ਕੇ ਰਹਿ ਗਏ ਆ। ਉਹਨਾਂ ਦੇ ਵਿੱਚ ਜਿਹੜੀ ਆ ਉਹਨਾਂ ਵਿੱਚ ਵੀ ਸਹਿਜਤਾ ਖਤਮ ਹੋ ਗਏ ਆ। ਉਹ ਜਿਹੜੀ ਮੱਧਮ ਚਾਲ ਜਿਹੜੀ ਨਾ ਕੰਪੀਟੀਸ਼ਨ ਨੇ ਜਿਹੜੀ ਆ ਉਹ ਖਤਮ ਕਰ ਦਿੱਤੀ ਆ। ਇਹ ਗੱਲਾਂ ਜਿਹੜੀਆਂ ਇਹਦੇ ਨਾਲ ਸਾਡੇ ਸਾਹਿਤ ਦੇ ਉੱਪਰ ਜਿਹੜਾ ਆ, ਲੋਕ ਸਾਹਿਤ ਦੇ ਉੱਪਰ ਬੜੀ ਜਿਹੜੀ ਚੋਟ ਵੱਜੀ ਆ। ਇੱਕ ਹੋਰ ਚੋਟ ਜਿਹੜੀ ਬੜੀ ਮਤਲਬ ਭਿਆਨਕ ਆ, ਉਹ ਹੈ ਸਾਡੇ ਡੀਜੇ ਨੇ ਸਾਡੀਆਂ ਜਿਹੜੀਆਂ ਨਾ ਔਰਤਾਂ ਦੀ ਜਿਹੜੀ ਸੰਗੀ ਘੁੱਟ ਦਿੱਤੀ ਆ, ਉਹਨਾਂ ਦੀ ਜਿਹੜੀ ਹੈ ਨਾ ਜਿਹੜੀ ਸਿਰਜਣਾਤਮਕ ਜਿਹੜਾ ਪੱਖ ਹੈ ਉੱਤੇ ਝੋਟ ਬੜੀ ਗਹਿਰੀ ਮਾਰੀ ਹੈ ਜੀ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ। ਤੇ ਮੈਂ ਦਰਸ਼ਕਾਂ ਨੂੰ ਚਾਹੁੰਦੀ ਹਾਂ ਕਿ ਸਾਨੂੰ
ਇਸ ਤਰ੍ਹਾਂ ਦੇ ਪ੍ਰੋਫੈਸਰ ਦੇ, ਇਸ ਤਰ੍ਹਾਂ ਦੇ ਸਾਹਿਤਕਾਰ ਦੀ ਹਮੇਸ਼ਾ ਹੀ ਲੋੜ ਹੈ। ਇਸ ਕਰਕੇ ਸਾਰੇ ਜਾਣੇ ਇਸ ਜਾਣਕਾਰੀ ਨੂੰ ਇਕੱਠਿਆਂ ਵੀ ਕਰੋ ਤੇ ਪਿਆਰ ਵੀ ਕਰੋ ਆਪਣੇ ਸੱਭਿਆਚਾਰ ਨੂੰ। ਪ੍ਰੋਫੈਸਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅਸੀਂ ਹਾਂਜੀ ਸਵਰਾਜ ਜੀ, ਤੁਹਾਡਾ ਵੀ ਧੰਨਵਾਦ। ਇਸ ਸਮੂਹ ਜਿਹੜੇ ਵਰਲਡ ਮੀਡੀਆ USA ਦੇ ਸੰਚਾਲਕਾਂ ਤੇ ਦਰਸ਼ਕਾਂ ਨੇ ਮੈਨੂੰ ਮੌਕਾ ਦਿੱਤਾ ਬੋਲਣ ਦਾ, ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ। ਸ਼ੁਕਰੀਆ ਜੀ। ਹੁਣ ਮੈਨੂੰ ਇੱਥੇ ਇੱਕ ਰੂਸੀ ਲੇਖਕ ਮੈਕਸਿਮ ਗੋਰਕੀ ਕਹਿੰਦਾ ਹੈ, ਉਹਦੀ ਗੱਲ ਯਾਦ ਆਈ ਕਿ ਮੈਕਸਿਮ ਗੋਰਕੀ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਸੱਭਿਆਚਾਰ ਦੇ ਲੋਕ ਗੀਤ ਦੇ ਦੇਵੋ ਤੇ ਮੈਂ ਉਸ ਸੱਭਿਆਚਾਰ ਦਾ ਤੁਹਾਨੂੰ ਸਮੁੱਚਾ ਇਤਿਹਾਸ ਦੱਸ ਦੇਵਾਂਗਾ। ਇਸ ਕਰਕੇ ਲੋੜ ਹੈ ਅੱਜ ਅਸੀਂ ਆਪਣੇ ਸੱਭਿਆਚਾਰ ਨੂੰ ਤੇ ਵਿਰਸੇ ਨੂੰ ਸੰਭਾਲੀਏ। ਅਸੀਂ ਇਸ ਤਰ੍ਹਾਂ ਹੀ ਤੁਹਾਡੇ ਵਾਸਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ। ਇਸ ਲਈ ਵਰਲਡ ਮੀਡੀਆ USA ਨੂੰ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।